गुरु जी सेवा थोड़ी मांगन बहुता महल न पावे कह तो पोता विच दुनिया सेव कमाईए तां दरगाह वैसन पाईए तां दरगाह वैसन पाईए कहो नानक बहां लुड़ाइए जुगो जुग अटल। शब्द गुरु बाणी के बोहित तन तन श्री गुरु ग्रंथ साहब महाराज जी की पावन पवित्र पाक हजूरी विच जुड़ बैठे सत्संगी जनों, गुरु साहब जी की अपार कृपा सदका गुरु घर दे विच जुड़ बैठन दा सुभाग समा प्राप्त होया है। अज मगर महीने की आरंभता हुई है। गुरु पिता ने साढ़े उत्ते बड़ा परोपकार किया है। बाणी दे विच हर एक दिहाड़े दे उत्ते गुरु साहब जी ने सानू उपदेश दिता है, भावें वो दिन रैण बाणी होवे, भावें वो सतवार होण, भावें थितियां होण, महीना होवे, सानू गुरु साहब जी ने एक घड़ी एक पल सफला करन दा ज्ञान गुरबाणी राहीं बख्शिश किया है। इस करके साढ़े बड़े भाग हैं। ये गल वखरी है कि जो ज्ञान जो उपदेश मेरे गुरु महाराज ने बख्शे है वो साड़ी पहुँच तो परे है। जिस तरह कह लवां कि असी गुरु साहब के उपदेश वाल बहुता ध्यान नहीं देंदे और इस करके ही जीवन विच कदम दर कदम अपनियां वासनावां करके लालच की वृत्ति करके दुखी होंदे हाँ। दुख का कारण साडे जीवन विच आया होया बड़ा लालच है। जदों उसका त्याग करके असी गुरु उपदेश गुरमत विचारधारा रूहानी जीवन का पैंडा तय करते हाँ तो साडा जीवन आनंद नाल भर जाता है। सो आओ जिहड़ा उपदेश सतगुर ने बख्शिया है, मगर माहें सोहंदियाँ हर पिर संग बैठणियाँ तिनकी शोभा क्या गणी जे साहिब मेलड़ियाँ। सो जितनियां भी संगतां गुरु दर ते पहुँचियां हन, आओ इस महीने का मूल पाठ करिए। उपरांत गुरु पिता जी का जो उपदेश अज दे दिन दे प्रथाए है उस नाल जुड़ांगे। फतेह दी सान करो प्यार नाल, आखो जी वाहिगुरु जी का खालसा वाहिगुरु जी की फतेह। मगर माहे सोहंदियाँ माहे सुहंदियाँ हर पिर संग बैठड़ियाँ तिनकी शोभा क्या गणी
ਜੇ ਸਾਹਿਬ ਮੇਲੜੀਆਂ ਜੇ ਸਾਹਿਬ ਮੇਲੜੀਆਂ ਤਨ ਮਨ ਮੋਲਿਆ RAM ਸਿਉ ਤਨ ਮਨ ਮੋਲਿਆ RAM ਸਿਉ ਸੰਗ ਸਾਧ ਸਹੇਲੜੀਆਂ ਸੰਗ ਸਾਧ ਸਹੇਲੜੀਆਂ ਸਾਧ ਜਨਾਂ ਤੇ ਬਾਹਰੀ ਸਾਧ ਜਨਾਂ ਤੇ ਬਾਹਰੀ ਸੇ ਰਹਿਨ ਇਕੇ ਲੜੀਆਂ ਸੇ ਰਹਿਨ ਇਕੇ ਲੜੀਆਂ ਤਿਨ ਦੁਖ ਨਾ ਕਬਹੂ ਉਤਰੈ ਤਿਨ ਦੁਖ ਨਾ ਕਬੂ ਉਤਰੈ ਸੇ ਜਮ ਕੈ ਵਸ ਪੜੀਆਂ ਸੇ ਜਮ ਕੇ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਸੇ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਕੰਠ ਤਿਨਾ ਜੜੀਆਂ ਨਾਨਕ ਬਾਛੈ ਧੂੜ ਤਿਨ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਨੀ ਦਰ ਪੜੀਆਂ ਪ੍ਰਭ ਸਰਨੀ ਦਰ ਪੜੀਆਂ ਮਗਰ ਪ੍ਰਭ ਆਰਾਧਨਾ ਮਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ ਮੋੜ ਨ ਜਨਮੜੀਆਂ ਨਾਨਕ ਵਾਛੈ ਧੂੜ ਤਿਨ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਨੀ ਦਰ ਪੜੀਆਂ ਪ੍ਰਭ ਸਰਨੀ ਦਰ ਖੜੀਆਂ ਮਗਰ ਪ੍ਰਭ ਆਰਾਧਨਾ ਮਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ ਮੋੜ ਨ ਜਨਮੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੂਹਾਨੀ ਜੀਵਨ ਦਾ ਪੈਂਡਾ ਸਿੱਖ ਨੇ ਕਿਵੇਂ ਤੈਅ ਕਰਨਾ ਹੈ ਅਤੇ ਜਿਹੜੀ ਸਾਡੀ ਸਾਰਿਆਂ ਦੀ ਮੰਜ਼ਿਲ ਹੈ ਉਹ ਹੈ ਰੱਬ ਹੋਣਾ। ਇਹ ਮਨੁੱਖਾ ਜੀਵਨ ਦੀ ਉਹ ਚੜ੍ਹਾਈ ਹੈ, ਇਹ ਉਹ ਆਖਰਲੀ ਪੌੜੀ ਹੈ ਜਿਸ ਰਾਹੀਂ ਜੇ ਅਸੀਂ ਇਹ ਪੌੜੀ ਚੜ੍ਹ ਗਏ ਤਾਂ ਰੱਬ ਹੋ ਜਾਵਾਂਗੇ, ਰੱਬ ਦਾ ਰੂਪ ਹੋ ਜਾਵਾਂਗੇ। ਔਰ ਜਿਸ ਪੌੜੀ 'ਤੇ ਆਪਾਂ ਡਿੱਗ ਗਏ ਤਾਂ ਫਿਰ ਦੁਬਾਰਾ ਉਤਨੀ ਹੀ ਖੇਚਲ ਕਰਨੀ ਪਏਗੀ, ਉਤਨਾ ਹੀ ਸਫ਼ਰ ਤੈਅ ਕਰਨਾ ਪਏਗਾ ਜਿਤਨਾ ਸਫ਼ਰ ਪਿੱਛੇ ਤੈਅ ਕਰਕੇ ਇਸ ਮਨੁੱਖਾ ਜੀਵਨ ਤੱਕ ਆਪਾਂ ਆਏ ਹਾਂ। ਇਸ ਕਰਕੇ ਮਹਾਰਾਜ ਆਖਦੇ ਨੇ, ਇਸ ਪੌੜੀ 'ਤੇ ਜੋ ਨਰ ਝੁਕੈ ਆਏ ਜਾਏ ਦੁੱਖ ਪਾਇੰਦਾ। ਇਸ ਮਨੁੱਖਾ ਜਨਮ ਦੀ ਪੌੜੀ ਤੋਂ ਜਿਹੜਾ ਮਨੁੱਖ ਚੜ੍ਹਨ ਤੋਂ ਰਹਿ ਜਾਂਦਾ ਹੈ, ਕਿਤੇ ਕੋਈ ਚੂਕ ਹੋ ਜਾਂਦੀ ਹੈ, ਗਲਤੀ ਹੋ ਜਾਂਦੀ ਹੈ, ਫਿਰ ਦੁਬਾਰਾ ਇਸ ਤਰ੍ਹਾਂ ਹੀ ਆਉਂਦਾ ਹੈ, ਜਾਂਦਾ ਹੈ, ਜਨਮ ਲੈਂਦਾ ਹੈ, ਮਰਦਾ ਹੈ, ਜੂਨਾਂ 'ਚ ਭਟਕਦਾ ਹੈ ਔਰ ਫਿਰ ਮਨੁੱਖਾ ਜੀਵਨ ਪ੍ਰਾਪਤੀ ਵਾਸਤੇ ਇਹ ਸਫ਼ਰ ਕਰਦਾ ਹੈ। ਇਹ ਬੜੇ ਭਾਗਾਂ ਨਾਲ ਜੀਵਨ ਮਿਲਿਆ, ਇਹ ਬੜੇ ਲੰਬੇ ਸਫ਼ਰ ਤੋਂ ਬਾਅਦ ਸਾਨੂੰ ਮਨੁੱਖਾ ਜੀਵਨ ਮਿਲਿਆ। ਇਸ ਨੂੰ ਮਹਾਰਾਜ ਨੇ ਆਖਿਆ, ਕਈ ਜਨਮ ਇਹ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰਿਆ ਚਰੰਕਾਲ, ਇਹ ਦੇਹ ਸੰਜਰੀਆ। ਇਹ ਬੜੇ ਲੰਬੇ ਸਮੇਂ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਜਿਹੜੀ ਪ੍ਰਾਪਤ ਹੋਈ ਹੈ। ਕਈ ਜਨਮ ਅਸੀਂ ਭਟਕਦੇ ਰਹੇ ਔਰ ਉਸ ਤੋਂ ਬਾਅਦ ਕਿਤੇ ਜਾ ਕੇ ਇਹ ਮਨੁੱਖਾ ਜੀਵਨ, ਇਹ ਸਰੀਰ, ਇਹ ਸਮਾਂ ਸਾਨੂੰ ਪ੍ਰਾਪਤ ਹੋਇਆ। ਪਰ ਸੰਸਾਰ ਦੇ ਵਿੱਚ ਆ ਕੇ ਜਦੋਂ ਪ੍ਰਾਣੀ ਸੰਸਾਰ 'ਚ ਆਉਂਦਾ ਹੈ ਅਤੇ ਇੱਥੇ ਆ ਕੇ ਇਹ ਗੱਲ ਭੁੱਲ ਹੀ ਜਾਂਦਾ ਹੈ ਕਿ ਇਹ ਮੇਰੀ ਆਖਿਰਲੀ ਪੌੜੀ ਹੈ। ਇਹੀ ਇੱਕ ਜੀਵਨ ਹੈ ਮੇਰੇ ਕੋਲ ਜਦੋਂ ਮੈਂ ਰੱਬ ਦੇ ਨਾਲ ਸਾਂਝ ਬਣਾ ਸਕਦਾ ਹਾਂ। ਸਗੋਂ ਸੰਸਾਰ ਦੇ ਵਿੱਚ ਆ ਕੇ ਹਰ ਇੱਕ ਮਨੁੱਖ ਸੰਸਾਰ ਦੀਆਂ ਇਹਨਾਂ ਮਾਇਆ ਰੂਪੀ ਸੁੰਦਰਤਾ, ਮਾਇਆ ਰੂਪੀ ਜਿਹੜਾ ਸੰਸਾਰ ਦਾ ਇੱਕ ਭੇਖ ਹੈ, ਅਸੀਂ ਇਸ ਦੇ ਵਿੱਚ ਆ ਕੇ ਗਵਾਚ ਜਾਂਦੇ ਹਾਂ। ਇਸ ਨੂੰ ਇਸ ਕਰਕੇ ਮਾਇਆ ਨਗਰੀ ਕਿਹਾ। ਤੁਸੀਂ ਦੇਖੋ, ਕਈ ਸ਼ਹਿਰਾਂ ਦੇ ਅੰਦਰ
ਜਗ੍ਹਾਵਾਂ ਦੇ ਨਾਮ ਵੀ ਮਾਇਆ ਨਗਰੀ ਰੱਖੇ ਹੋਏ। ਇਹ ਸੰਸਾਰ ਵੀ ਅਸਲ ਵਿੱਚ ਇੱਕ ਮਾਇਆ ਨਗਰੀ ਹੈ, ਜਿੱਥੇ ਮਨੁੱਖ ਦੀ ਸੁਰਤ ਦੇ ਉੱਤੇ ਮਾਇਆ ਦਾ ਪ੍ਰਭਾਵ ਪੈਂਦਾ ਹੈ ਅਤੇ ਉਸ ਆਨੰਦ ਤੋਂ ਇਹ ਦੂਰ ਚਲਾ ਜਾਂਦਾ ਹੈ ਜਿਹੜਾ ਆਨੰਦ ਦੀ ਮਾਤਾ ਦੇ ਗਰਭ ਵਿੱਚ ਇਹ ਪ੍ਰਾਪਤ ਕਰ ਰਿਹਾ ਸੀ। ਇਸ ਨੂੰ ਭਾਈ ਗੁਰਦਾਸ ਜੀ ਨੇ ਗੁਰਸਿੱਖੋ ਇੱਦਾਂ ਵੀ ਲਿਖਿਆ, ਰੋਵੈ ਰਤਨ ਗਵਾਏ ਕੈ ਮਾਇਆ ਮੋਹ ਹਨੇਰ ਪਸਾਰਾ। ਉਹ ਰੋਵੈ ਦੁਖ ਆਪਣਾ ਹੱਸ ਹੱਸ ਗਾਵੈ ਸਭ ਪਰਿਵਾਰਾ। ਰੋਵੈ ਰਤਨ ਗਵਾਏ। ਜਦੋਂ ਕੋਈ ਬੱਚਾ ਜਨਮ ਲੈਂਦਾ ਰੋਂਦਾ ਹੈ, ਮੈਡੀਕਲ ਸਾਇੰਸ ਦਾ ਆਪਣਾ ਇੱਕ ਤਜਰਬਾ ਜਾਂ ਅਨੁਭਵ ਜਾਂ ਵਿਚਾਰ ਹੈ, ਪਰ ਗੁਰਮਤਿ ਆਖਦੀ ਹੈ ਕਿ ਬੰਦੇ ਦੇ ਰੋਣ ਦਾ ਕਾਰਨ ਹੈ ਕਿ ਉਸਦੇ ਕੋਲ ਇੱਕ ਰਤਨ ਸੀ, ਬੜਾ ਕੀਮਤੀ ਰਤਨ, ਜਿਸ ਨੇ ਇਸ ਨੂੰ ਮਾਤਾ ਦੇ ਗਰਭ ਵਿੱਚ ਮਨਮੋਹਿਤ ਕਰਕੇ ਰੱਖਿਆ ਹੋਇਆ ਸੀ, ਉਹਨੂੰ ਪ੍ਰਸੰਨ ਰੱਖਿਆ ਹੋਇਆ ਸੀ, ਉੱਥੇ ਟਿਕਾ ਕੇ ਰੱਖਿਆ ਹੋਇਆ ਸੀ। ਮਾਤਾ ਦੇ ਗਰਭ ਦੀ ਜਿਹੜੀ ਅੱਗ ਹੈ ਉਹ ਇਹਦੇ 'ਤੇ ਅਸਰ ਨਹੀਂ ਸੀ ਕਰ ਰਹੀ। ਉਹ ਰਤਨ ਇਸ ਦੇ ਕੋਲ ਸੀ ਅਤੇ ਇਸ ਸੰਸਾਰ ਦੇ ਵਿੱਚ ਆਇਆ, ਉਹ ਰਤਨ ਗਵਾਚ ਗਿਆ ਅਤੇ ਇਸ ਨੇ ਰੋਣਾ ਸ਼ੁਰੂ ਕਰ ਦਿੱਤਾ। ਰੋਵੈ ਰਤਨ ਗਵਾਏ ਕੈ ਮਾਇਆ ਮੋਹ ਹਨੇਰ ਪਸਾਰਾ। ਭਾਈ ਗੁਰਦਾਸ ਜੀ ਕਹਿੰਦੇ ਸੰਸਾਰ ਵਿੱਚ ਆ ਕੇ ਬੱਚਾ ਮਾਇਆ ਦੇ ਮੋਹ ਵਿੱਚ, ਅਗਿਆਨਤਾ ਦੇ ਇਸ ਪਸਾਰੇ ਵਿੱਚ ਗਵਾਚ ਗਿਆ, ਕਿਉਂਕਿ ਇੱਥੇ ਅਗਿਆਨਤਾ ਦਾ ਹਨੇਰਾ ਸੀ ਅਤੇ ਮਾਇਆ ਦਾ ਮੋਹ ਸੀ। ਕਿਉਂਕਿ ਜਿਸ ਘਰ ਵਿੱਚ ਆਇਆ ਉਹ ਵੀ ਲੋਕ ਅਗਿਆਨਤਾ ਦੇ ਵਿੱਚ ਪਏ ਹੋਏ ਉਹ ਕਰਮ ਕਰ ਰਹੇ ਸਨ, ਜਿਹੜੇ ਕਰਮ ਉਹਨਾਂ ਨੂੰ ਪਰਮਾਤਮਾ ਤੋਂ ਦੂਰ ਕਰ ਰਹੇ ਸਨ। ਇਸ ਕਰਕੇ ਮਾਇਆ ਦਾ ਮੋਹ ਕਿਹਾ ਗਿਆ। ਗੱਲ ਨੂੰ ਧਿਆਨ ਨਾਲ ਸਮਝਿਓ। ਭਾਈ ਸਾਹਿਬ ਕਹਿੰਦੇ ਇੱਕ ਤਾਂ ਮਾਇਆ ਦਾ ਮੋਹ, ਮਮਤਾ, ਇਹ ਆਪਣਤ, ਇਹ ਸਹਿ ਮੇਰੀ, ਇਹ ਘਰ ਮੇਰਾ, ਇਹ ਪਰਿਵਾਰ ਮੇਰਾ, ਇਹ ਪਦਾਰਥ ਮੇਰੇ। ਸਾਰੇ ਕਹਿ ਰਹੇ ਸਨ ਸਾਡਾ ਬੱਚਾ, ਮੇਰਾ ਬੱਚਾ। ਮਾਂ ਕਹਿ ਰਹੀ ਸੀ ਮੇਰਾ ਬੱਚਾ, ਪਿਓ ਕਹਿ ਰਿਹਾ ਸੀ ਮੇਰਾ ਬੱਚਾ, ਦਾਦਾ ਦਾਦੀ ਕਹਿ ਰਹੇ ਸੀ ਮੇਰਾ ਬੱਚਾ। ਇੱਥੇ ਮਾਇਆ ਮੋਹ ਦਾ ਇਤਨਾ ਪਸਾਰਾ ਸੀ ਕਿ ਉਹਦੇ ਵਿੱਚ ਬੱਚਾ ਆ ਕੇ ਗਵਾਚ ਗਿਆ। ਔਰ ਸਾਰਿਆਂ ਦੇ ਵਿੱਚ ਜਦੋਂ ਸਾਰੇ ਮੇਰੀ ਮੇਰੀ ਕਰਨ ਵਾਲੇ ਸਨ ਅਤੇ ਇਸ ਨੂੰ ਵੀ ਸਹਿ ਸੁਭਾਅ ਮੇਰੀ ਮੇਰੀ ਦੀ ਆਦਤ ਪੈ ਗਈ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਸਾਡੀ ਬਹੁਤਾ ਦੀ ਆਦਤ ਮੇਰੀ ਮੇਰੀ ਦਾ ਕਾਰਨ ਵੀ ਇਹੀ ਹੈ। ਕਾਰਨ ਕੀ ਹੈ? ਕਿਉਂਕਿ ਆਪਾਂ ਇਸ ਸੰਸਾਰ ਦੇ ਵਿੱਚ ਆ ਕੇ ਜਨਮ ਤੋਂ ਮੇਰਾ ਮੇਰਾ ਹੀ ਸੁਣਿਆ ਹੈ। ਕੋਈ ਵਿਰਲਾ ਹੀ ਘਰ ਹੁੰਦਾ ਜਿੱਥੇ ਕਿ ਤੇਰੇ ਤੇਰੇ ਦੀ ਗੱਲ ਹੁੰਦੀ, ਜਿੱਥੇ ਕਿਹਾ ਜਾਂਦਾ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੇ ਮੇਰਾ। ਇੱਥੇ ਪਰਿਵਾਰ ਦਾ ਹਰ ਇੱਕ ਮੈਂਬਰ, ਹਰ ਇੱਕ ਜੀ ਮੇਰੀ ਮੇਰੀ ਕਰਨ ਲੱਗਿਆ ਹੋਇਆ ਸੀ। ਸੰਸਾਰ ਦੇ ਵਿੱਚ ਆ ਕੇ ਇਹ ਬੱਚਾ ਵੀ ਜਨਮ ਲੈ ਕੇ ਮੇਰੀ ਮੇਰੀ ਕਰਨ ਲੱਗ ਪਿਆ। ਪਰਿਵਾਰ ਨੇ ਸੋਹਿਲੇ ਗਾਏ, ਉਹ ਰੋਵੈ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਿਵਾਰਾ। ਉਹ ਆਪਣੇ ਦੁੱਖ ਨੂੰ ਰੋ ਰਿਹਾ ਹੈ ਕਿ ਮੇਰੇ ਕੋਲੋਂ ਰਤਨ ਗਵਾਚ ਗਿਆ ਅਤੇ ਪਰਿਵਾਰ ਜਿਹੜਾ ਉਹ ਸੋਹਿਲੇ ਗਾ ਰਿਹਾ, ਬੜਾ ਖੁਸ਼ ਹੋ ਰਿਹਾ, ਸਾਡੇ ਘਰ ਵਿੱਚ ਬੱਚੇ ਦਾ ਜਨਮ ਹੋਇਆ, ਬੜੀ ਖੁਸ਼ੀ ਮਨਾਈ ਜਾ ਰਹੀ ਹੈ। ਗੁਰਮਤਿ ਕਹਿੰਦੀ ਹੈ ਜਿਸ ਘਰ ਦੇ ਵਿੱਚ ਬੱਚਾ ਜਨਮ ਲਵੇ, ਇੱਕ ਪਾਸੇ ਕਹਿੰਦੇ ਬੱਚਾ ਰੱਬ ਦਾ ਰੂਪ ਹੈ, ਰੱਬ ਕਿਸੇ ਘਰ ਵਿੱਚ ਆਵੇ ਤਾਂ ਉਸ ਘਰ ਵਿੱਚ ਰੱਬ ਦੇ ਆਉਣ 'ਤੇ ਸਰਾਪਾ ਚੱਲਣ, ਉਸ ਤੋਂ ਵੱਡੀ ਜਿਹੜੀ ਦੁਰਗਤੀ ਸੰਸਾਰ ਦੀ ਕੁਛ ਨਹੀਂ ਹੋ ਸਕਦੀ। ਔਰ ਕੋਈ ਘਰ ਵਿਰਲਾ ਹੀ ਹੋਏਗਾ ਜਿਸ ਦੇ ਘਰ ਵਿੱਚ ਬੱਚਾ ਪੈਦਾ ਹੋਵੇ, ਸ਼ਰਾਬਾਂ ਦਾ ਦੌਰ ਨਹੀਂ ਚੱਲਦਾ, ਜਿੱਥੇ ਵੰਨ ਸੁਵੰਨੀਆਂ ਪਾਰਟੀਆਂ ਨਹੀਂ ਦਿੱਤੀਆਂ ਜਾਂਦੀਆਂ। ਹੱਦ ਹੋ ਗਈ। ਸਤਿਗੁਰ ਕਹਿੰਦੇ ਨੇ ਸੰਸਾਰ ਵਿੱਚ ਰੱਬ ਆਇਆ ਤੇਰੇ ਘਰ 'ਚ, ਰੱਬ ਦੇ ਆਉਣ ਦੀ ਖੁਸ਼ੀ ਵਿੱਚ ਸ਼ਰਾਬਾਂ ਚੱਲਦੀਆਂ। ਰੱਬ ਦੇ ਆਉਣ ਦੀ ਖੁਸ਼ੀ ਵਿੱਚ ਤੇਰੇ ਘਰ ਦੇ ਵਿੱਚ ਇਹ ਉਹ ਚੀਜ਼ਾਂ ਭੋਗ ਵਿਲਾਸ ਦੇ ਸਾਧਨ ਚੱਲਦੇ ਨੇ, ਤਾਂ ਸੱਚ ਜਾਣੀ ਫਿਰ ਇਸ ਤੋਂ ਵੱਡੀ ਹੋਰ ਕੋਈ ਮਨੁੱਖਤਾ ਦੀ ਦੁਰਗਤੀ ਨਹੀਂ ਹੋਣੀ। ਯਾਦ ਰੱਖਣਾ, ਰੱਬ ਜਿਸ ਘਰ 'ਚ ਪ੍ਰਗਟ ਹੁੰਦਾ ਹੈ, ਰੱਬ ਜਿਸ ਘਰ ਵਿੱਚ ਆਉਂਦਾ ਹੈ, ਉਹ ਘਰ ਦੇ ਅੰਦਰ ਤਾਂ ਅਸਲ ਦੇ ਅੰਦਰ ਆਨੰਦ ਆਉਣਾ ਚਾਹੀਦਾ ਹੈ। ਜਿਹੜੀਆਂ ਚੀਜ਼ਾਂ ਪਹਿਲਾਂ ਕਰ ਰਹੇ ਸਨ ਉਹ ਛੁੱਟ ਜਾਣੀਆਂ ਚਾਹੀਦੀਆਂ ਵੀ ਰੱਬ ਨੇ ਸਾਨੂੰ ਪ੍ਰਸੰਨ ਹੋ ਕੇ ਦਾਤ ਦੇ ਦਿੱਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਵੇਂ ਸ਼ੁਕਰਾਨਾ ਨਹੀਂ ਕੀਤਾ। ਹਰਗੋਬਿੰਦ ਸਾਹਿਬ ਜੀ ਦਾ ਕਹਿਣ ਲੱਗੇ, ਕਹਿੰਦੇ ਨੇ ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਮੈ ਲਿਖਿਆ ਧੁਰ ਕਾ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਉੱਥੇ ਕੀਰਤਨ ਹੋਇਆ। ਇੱਕ ਵਾਰ ਉਚਾਰਨ ਕਰੋ ਸਤਿਨਾਮ। ਸਾਡੇ ਘਰਾਂ ਵਿੱਚ ਸ਼ਰਾਬਾਂ ਚੱਲਦੀਆਂ ਨੇ, ਗੀਤ ਗਾਏ ਜਾਂਦੇ ਨੇ, ਨੱਚਿਆ ਜਾਂਦਾ ਹੈ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦੇ ਵਿੱਚ ਕੀਰਤਨ ਹੋਇਆ ਜਦੋਂ ਹਰਗੋਬਿੰਦ ਪਾਤਸ਼ਾਹ ਜੀ ਦਾ ਜਨਮ ਹੋਇਆ।
ਗੁਸਤਾਖੀ ਮਾਫ਼ ਕਰਨਾ, ਜੇ ਕੋਈ ਕੀਰਤਨ ਕਰਵਾ ਲੈਂਦਾ ਫਾਰਮੈਲਿਟੀ ਹੈ ਕਿ ਸਮਾਜ ਨੂੰ ਇਕੱਠਾ ਕਰਨਾ, ਧਰਮੀ ਬਣ ਕੇ ਦਿਖਾਣਾ। ਦੇਖੋ ਅਸੀਂ ਬੱਚੇ ਦਾ ਨਾਮ ਰੱਖਿਆ ਸੀ, ਕੀਰਤਨ ਕਰਾ ਲਿਆ। ਇੱਕ ਵੀ ਬੰਦਾ ਬੈਠ ਕੇ ਗੁਰਦੁਆਰੇ ਕੀਰਤਨ ਨਹੀਂ ਸੁਣਦਾ, ਪਾਰਟੀ 'ਚ ਲੱਗੇ ਰਹਿੰਦੇ ਸਾਰੇ। ਕੇਕ ਕਿੱਥੋਂ ਆਉਣਾ ਹੈ, ਹੋਰ ਪਦਾਰਥ ਕਿਸ ਪਾਸੇ ਗਵਾਚੇ ਹੋਏ ਨੇ, ਕਿਹੜੇ ਰਿਸ਼ਤੇਦਾਰ ਆ ਰਹੇ ਨੇ, ਆਓ ਜੀ ਆਓ ਜੀ। ਜਿਹੜਾ ਆਇਆ ਹੋਇਆ ਉਸ ਦਾ ਕੋਈ ਸਤਿਕਾਰ ਨਹੀਂ। ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਡੀ ਦੁਰਗਤਾ ਹੈ ਅੱਜ ਦੀ ਹਾਲਤ ਵਿੱਚ। ਤੁਸੀਂ ਧਿਆਨ ਨਾਲ ਜਦ ਤੱਕੋਗੇ ਨਾ, ਇਸ ਚੀਜ਼ ਨੂੰ ਸਮਝ ਆਏਗੀ ਵਾਕਈ ਅਸੀਂ ਸਿੱਖੀ ਤੋਂ ਕਿਤਨੀ ਦੂਰ ਚਲੇ ਗਏ। ਸਿੱਖੀ ਕੇਵਲ ਇੱਕ ਵਿਖਾਵਾ ਰਹਿ ਗਈ ਸਾਡੇ ਕੋਲ। ਤੇ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਸਿੱਖਾ। ਜੇ ਰੱਬ ਨੂੰ ਮਿਲਣਾ ਹੈ ਤੇ ਆਪਣੇ ਜੀਵਨ ਦੇ ਵਿੱਚੋਂ ਫਿਰ ਗੁਰੂ ਕੇ ਸਿਧਾਂਤ ਨੂੰ ਸਮਝਣਾ ਪੈਣਾ। ਉਹ ਸਿਧਾਂਤ ਕੀ ਹੈ? ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਇਹ ਅਹਿਸਾਸ ਕਰਨਾ ਸੱਚੇ ਪਾਤਸ਼ਾਹ ਤੇਰੇ ਨਾਲੋਂ ਸਾਡਾ ਵਿਛੋੜਾ ਪੈ ਗਿਆ, ਔਰ ਇਹ ਵਿਛੋੜਾ ਤੂੰ ਨਹੀਂ ਪਾਇਆ। ਇਹ ਤਾਂ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਤੇਰੇ ਨਾਲੋਂ ਵਿਛੜ ਗਏ ਹਾਂ। ਸਾਡੇ ਕਰਮ ਰੱਬ ਨਾਲੋਂ ਸਾਨੂੰ ਦੂਰ ਕਰੀ ਜਾਂਦੇ ਹਨ, ਪਰ ਅਸੀਂ ਆਪਣੇ ਕਰਮਾਂ ਵਿੱਚ ਬੜੇ ਮਗਨ ਰਹਿੰਦੇ ਹਾਂ। ਸਾਡੇ ਕਰਮ ਸਾਨੂੰ ਰੱਬ ਭੁਲਾਈ ਜਾਂਦੇ ਨੇ। ਸਾਡੇ ਕਰਮ ਸਾਨੂੰ ਗੁਰੂ ਤੋਂ, ਪਰਮੇਸ਼ਰ ਤੋਂ ਦੂਰ ਕਰੀ ਜਾਂਦੇ ਨੇ। ਅਸੀਂ ਰੋਜ਼ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਪਰ ਅਸੀਂ ਵਾਚ ਨਹੀਂ ਰਹੇ, ਪੜ੍ਹ ਰੋਜ਼ ਰਹੇ ਹਾਂ ਵੀ ਕਿਹੜੇ ਕਰਮ ਕਰਾਂ ਜਿਹਦੇ ਨਾਲ ਮੈਂ ਗੁਰੂ ਦੇ ਨੇੜੇ ਹੋ ਜਾਵਾਂ, ਕਿਹੜੇ ਕਰਮ ਕਰਾਂ ਗੁਰੂ ਦੇ ਨੇੜੇ ਹੋ ਕੇ ਗੁਰੂ ਕੀ ਆਗਿਆ ਵਿੱਚ ਰਹਿ ਕੇ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰਾਂ। ਉਹ ਕਿਹੜੇ ਕਰਮ ਨੇ ਜਿਸ ਕਰਕੇ ਮੈਂ ਗੁਰੂ ਨਾਲੋਂ ਦੂਰ ਹੋ ਰਿਹਾ। ਅੰਦਰ ਇਹ ਗੱਲ ਜਦੋਂ ਪੰਕਤੀ ਪੜ੍ਹੀਏ ਨਾ ਤੇ ਆਪਣੇ ਅੰਦਰ ਵਾਚਨਾ ਸੀ ਵੀ ਗੁਰੂ ਨਾਲੋਂ ਮੈਂ ਕਿਉਂ ਦੂਰ ਹੋ ਰਿਹਾ ਹਾਂ, ਮੇਰੇ ਕਰਮ ਕਿੱਥੇ ਲੈ ਜਾ ਰਹੇ ਹਨ। ਕਿਉਂਕਿ ਮਾਇਆ ਦੇ ਪਿੱਛੇ ਲੱਗ ਕੇ ਨਾ ਮਨੁੱਖ ਐਸੇ ਕਰਮ ਕਰਦਾ, ਉਹਨੂੰ ਇਹ ਵੀ ਨਹੀਂ ਪਤਾ ਲੱਗਦੀ ਵੀ ਤੂੰ ਕਿੱਥੇ ਵਿਚਰ ਰਿਹਾ। ਅੱਜ ਗੁਰਦੁਆਰਿਆਂ 'ਚ ਦੇਖੋ ਸੰਗਤ ਆਉਂਦੀ ਹੈ, ਕਥਾ ਕੀਰਤਨ ਚੱਲ ਰਿਹਾ ਹੁੰਦਾ ਹੈ, ਪਰ ਹਰ ਇੱਕ ਬੰਦਾ ਆਪਣੀ ਆਪਣੀ ਗੱਲਾਂ 'ਚ ਲੱਗਿਆ ਹੋਇਆ। ਗੁਸਤਾਖੀ ਮਾਫ਼ ਕਰਨਾ, ਜਿੱਥੇ ਕੇਵਲ ਮਾਇਆ ਦਾ ਹੀ ਪਸਾਰਾ ਹੋਵੇ, ਮਾਇਆ ਦਾ ਹੀ ਬੋਲਬਾਲਾ ਹੋਵੇ, ਸਮਝ ਲੈਣਾ ਚਾਹੀਦਾ ਵੀ ਅਸੀਂ ਗਵਾਚੇ ਹੋਏ ਹਾਂ ਸੰਸਾਰ ਵਿੱਚ ਆ ਕੇ। ਗੁਰੂ ਦਰ 'ਤੇ ਆ ਕੇ ਵੀ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਰਹੀ। ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਆਖੇ ਸਨ, ਕਹਿੰਦੇ ਮਾਇਆ ਡਰ ਡਰਵਤ ਹਾਰ ਗੁਰਦੁਆਰ ਜਾਵੇ, ਤਾਹਾਂ ਜੋ ਮਾਇਆ ਵਿਆਪੈ ਕਹੋ ਕਤ ਜਾਈਏ। ਕਹਿੰਦੇ ਜੇ ਡਰ ਕੇ ਬੰਦਾ ਮਾਇਆ ਤੋਂ ਗੁਰਦੁਆਰੇ ਆ ਵੜਦਾ ਹੈ ਤੇ ਇੱਥੇ ਆ ਕੇ ਮਾਇਆ ਵਿਆਪ ਜਾਏ। ਭਾਈ ਸਾਹਿਬ ਕਹਿੰਦੇ ਕਿੱਥੇ ਜਾਓਗੇ? ਮਾਇਆ ਦਾ ਡਰ ਹੈ ਬਾਹਰ ਕੀ ਗੁਰਦੁਆਰੇ ਚਲੀਏ, ਇੱਥੇ ਮਾਇਆ ਦਾ ਹੋਰ ਹੀ ਪ੍ਰਭਾਵ ਹੈ। ਕਿੰਨੇ ਵਾਰੀ ਕਹਿਣਾ ਪੈਂਦਾ ਵੀ ਗੱਲਾਂ ਬਾਤਾਂ ਬੰਦ ਕਰ ਦਿਓ ਭਾਈ, ਧਿਆਨ ਨਾਲ ਸੁਣੋ, ਇਕਾਗਰ ਹੋ ਕੇ ਬੈਠੋ। ਮੈਂ ਹੈਰਾਨ ਹੁੰਦਾ ਕਿ ਧਾਰਮਿਕ ਸਥਾਨਾਂ 'ਤੇ ਰਹਿਣ ਵਾਲੇ ਮੇਰੇ ਵਰਗੇ ਪੁਜਾਰੀ ਅਰਦਾਸ ਖੜੇ ਨਹੀਂ ਹੁੰਦੇ। ਉਹਨਾਂ ਨੂੰ ਕੋਈ ਮਤਲਬ ਨਹੀਂ, ਉਹਨਾਂ ਦੇ ਹੱਥ ਅਰਦਾਸ ਨਹੀਂ ਜੁੜਦੇ। ਉਹਨਾਂ ਹੁਕਮਨਾਮਾ ਹੋ ਰਿਹਾ, ਉਹਨਾਂ ਨੂੰ ਕੋਈ ਮਤਲਬ ਨਹੀਂ ਹੁਕਮਨਾਮਾ ਹੋ ਰਿਹਾ। ਅਸੀਂ ਕਿੱਥੇ ਜਾਵਾਂਗੇ? ਸਾਨੂੰ ਪਹਿਲਾਂ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਲੋਕਾਂ ਨੂੰ ਮਰਿਆਦਾ ਤਾਂ ਹੀ ਦ੍ਰਿੜ ਕਰਾਈ ਜਾ ਸਕਦੀ ਹੈ, ਲੋਕਾਂ ਨੂੰ ਹੱਥ ਜੋੜ ਕੇ ਤਾਂ ਹੀ ਸਮਝਾਇਆ ਜਾ ਸਕਦਾ ਭਾਈ ਵੀ ਪਹਿਲਾਂ ਆਪਣੇ ਆਪ ਨੂੰ ਸਵਾਰਨਾ। ਕਿਉਂਕਿ ਇੱਥੇ ਤਾਂ ਆਪ ਸਵਾਰੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਸਾਰਾ ਸਿਸਟਮ ਹੀ ਵਿਗੜਿਆ ਪਿਆ। ਇਸ ਕਰਕੇ ਗੁਰੂ ਪਿਤਾ ਕਹਿੰਦੇ ਆਪਣੇ ਕਰਮਾਂ ਨੂੰ ਵਾਚਿਆ ਕਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇੱਕ ਪੰਕਤੀ ਕੇਵਲ ਪੜ੍ਹਨ ਵਾਸਤੇ ਨਹੀਂ ਹੈ, ਗਾਣ ਵਾਸਤੇ ਨਹੀਂ ਹੈ। ਇਹ ਹਰ ਰੋਜ਼ ਆਪਣੇ ਆਪ ਦੇ ਕਰਮਾਂ ਦਾ ਨਿਬੇੜਾ ਕਰਨ ਵਾਸਤੇ ਵੀ ਕੀ ਕਰਮ ਕਰ ਰਿਹਾ ਹਾਂ, ਕੀ ਨਹੀਂ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ, ਉਹ ਲਈ ਹੈ। ਔਰ ਇਹ ਪੰਕਤੀ ਰੋਜ਼ ਪ੍ਰੇਰਨਾ ਕਰਦੀ ਹੈ। ਗੁਰੂ ਸਾਹਿਬ ਕਹਿੰਦੇ ਜੇ ਤੈਨੂੰ ਅਹਿਸਾਸ ਹੋ ਜਾਏ ਨਾ, ਪਹਿਲੀ ਗੱਲ ਤਾਂ ਪੂਰੀ ਜ਼ਿੰਦਗੀ ਲੰਘ ਜਾਂਦੀ ਹੈ, ਵਿਛੋੜੇ ਦਾ ਅਹਿਸਾਸ ਹੀ ਨਹੀਂ ਹੁੰਦਾ। ਗੁਰੂ ਕਿਰਪਾ ਕਰੇ, ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਆਪਣੇ ਵਿਛੋੜੇ ਦਾ ਅਹਿਸਾਸ ਹੋਵੇ। ਮਾਇਆ 'ਚ ਇਤਨੇ ਕੁ ਗਵਾਚੇ ਹੋਏ ਆ, ਪਰਿਵਾਰ ਵਿੱਚ, ਬੱਚਿਆਂ ਵਿੱਚ, ਕਿ ਸਾਨੂੰ ਤੇਰੇ ਨਾਲੋਂ ਵਿਛੋੜੇ ਦਾ ਅਹਿਸਾਸ ਹੀ ਭੁੱਲ ਗਿਆ। ਇਹ ਅਹਿਸਾਸ ਹੋਵੇ।
ਜਿਹਦਾ ਅਹਿਸਾਸ ਹੋਵੇਗਾ ਨਾ, ਮੈਂ ਕਈ ਵਾਰੀ ਬੇਨਤੀ ਕਰਦਾ, ਜਦੋਂ ਬੰਦੇ ਨੂੰ ਪਿਆਸ ਲੱਗੇ ਨਾ, ਪਿਆਸ, ਉਹ 10 ਬੰਦਿਆਂ ਨੂੰ ਪੁੱਛਦਾ ਵੀ ਪਾਣੀ ਕਿੱਥੇ ਮਿਲੇਗਾ, 10 ਬੰਦਿਆਂ ਨੂੰ। ਪਰ ਜੇ ਪਿਆਸ ਨਹੀਂ ਤਾਂ ਤੁਸੀਂ ਸੋਨੇ ਦੇ ਗਲਾਸ ਵਿੱਚ ਵੀ ਪਾਣੀ ਦਿਓ ਤੇ ਅਗਲਾ ਇਨਕਾਰੀ ਹੋ ਜਾਂਦਾ ਵੀ ਮੈਨੂੰ ਪਿਆਸ ਨਹੀਂ ਹੈ। ਭੁੱਖ ਲੱਗੀ ਹੋਵੇ ਬੰਦੇ ਨੂੰ ਤੇ ਉਹ ਹੱਥ ਦੇ ਰੱਖ ਕੇ ਰੋਟੀ ਖਾ ਲੈਂਦਾ, ਭੁੱਖ ਲੱਗੀ ਹੋਈ ਹੈ, ਬੜੀ ਤੇਜ਼ ਭੁੱਖ ਲੱਗੀ ਹੈ, ਕਈ ਦਿਨ ਦਾ ਭੁੱਖਾ ਹੈ, ਭੁੱਖ ਲੱਗੀ ਹੋਈ ਹੈ, ਹੱਥ ਦੇ ਉੱਤੇ ਰੱਖ ਕੇ ਰੋਟੀ ਛਕ ਲੈਂਦਾ ਕਿਉਂਕਿ ਭੁੱਖ ਲੱਗੀ ਹੋਈ ਹੈ। ਨਹੀਂ ਦੇਖਦਾ ਵੀ ਭਾਂਡਾ ਮਿਲਿਆ ਕਿ ਨਹੀਂ ਮਿਲਿਆ। ਇਹ ਵੀ ਨਹੀਂ ਪਤਾ ਲੱਗਦਾ ਕਿ ਰੋਟੀ ਵਿੱਚ ਮਿਰਚਾਂ ਹੈ, ਨੂਣ ਹੈ, ਕੁਛ ਹੈ ਕਿ ਨਹੀਂ ਹੈ, ਸੁੱਕੀ ਕਿ ਗਿੱਲੀ ਹੈ, ਖਾ ਜਾਂਦਾ। ਜਨਮਾਂ ਜਨਮਾਂ ਦਾ ਵਿਛੋੜਾ ਬੰਦੇ ਨੂੰ ਅਹਿਸਾਸ ਹੀ ਨਹੀਂ ਹੋਇਆ ਤੂੰ ਵਿਛੜਿਆ ਹੋਇਆ ਪਰਮਾਤਮਾ ਨਾਲੋਂ। ਭੁੱਖਾ 4 ਦਿਨ ਦਾ ਹੋਵੇ, ਰੋਟੀ ਖਾਣ ਲੱਗਿਆ ਕਦੀ ਕੋਈ ਇਹ ਨਹੀਂ ਵੇਖਦਾ ਵੀ ਸੋਨੇ ਦੀ ਥਾਲੀ ਵਿੱਚ ਜਾਂ ਥਾਲੀ ਵਿੱਚ ਵੀ ਹੈ ਕਿ ਨਹੀਂ ਹੈ। ਹੱਥ ਦੇ ਉੱਤੇ ਰੋਟੀ ਪ੍ਰਾਪਤ ਹੋ ਜਾਏ ਤਾਂ ਵੀ ਉਹ ਖੁਸ਼ੀ ਨਾਲ ਛਕ ਲੈਂਦਾ ਕਿਉਂਕਿ ਉਹਨੂੰ ਭੁੱਖ ਲੱਗੀ ਹੋਈ ਹੈ। ਜੇ ਪਰਮਾਤਮਾ ਨਾਲੋਂ ਜਨਮਾਂ ਜਨਮਾਂਤਰਾਂ ਦਾ ਸਾਡਾ ਪਿਆ ਵਿਛੋੜਾ, ਇਸ ਵਿਛੋੜੇ ਦਾ ਅਹਿਸਾਸ ਨਹੀਂ ਤਾਂ ਭਾਵੇਂ ਗੁਰਦੁਆਰੇ ਵਿੱਚ ਜਿਤਨੇ ਮਰਜ਼ੀ ਚੰਗੇ ਗਿਆਨ ਦੀਆਂ ਗੱਲਾਂ ਕਰੋ, ਬੰਦੇ ਨੇ ਸੁਣਿਆ। ਅਸੀਂ ਗੁਰਦੁਆਰੇ ਆਉਂਦੇ ਕਿਸ ਵਾਸਤੇ ਹਾਂ, ਗੁਰਦੁਆਰੇ ਰਹਿੰਦੇ ਕਿਸ ਵਾਸਤੇ ਹਾਂ। ਗੁਰੂ ਪਿਤਾ ਜੀ ਅੱਜ ਜਿਹੜਾ ਉਪਦੇਸ਼ ਸਾਡੀ ਝੋਲੀ ਵਿੱਚ ਗੁਰਸਿੱਖੋ ਪਾ ਰਹੇ ਨੇ, ਬੜਾ ਕੀਮਤੀ ਉਪਦੇਸ਼ ਹੈ। ਮਹਾਰਾਜ ਆਖਣ ਲੱਗੇ, ਮੱਘਰ ਮਾਹੇ ਸੋਹੰਦੀਆਂ ਹਰ ਪ੍ਰਸੰਗ ਬੈਠੜੀਆਂ। ਆਖਣ ਲੱਗੇ ਮੱਘਰ ਦੇ ਮਹੀਨੇ ਰਾਹੀਂ ਉਪਦੇਸ਼ ਬਖਸ਼ਿਆ। ਕਹਿੰਦੇ ਉਹ ਜੀਵ ਇਸਤਰੀ ਸੋਹਣੀਆਂ ਲੱਗਦੀਆਂ ਹਨ ਜਿਹੜੀਆਂ ਪਤੀ ਪਰਮਾਤਮਾ ਦੇ ਨਾਲ ਬੈਠੀਆਂ ਹੁੰਦੀਆਂ ਹਨ। ਵਾਹਿਗੁਰੂ ਨਾਲ ਕਿਵੇਂ ਬੈਠਾਂਗੇ ਅਸੀਂ, ਕਦੀ ਵਿਚਾਰ ਕਰਿਓ। ਵਾਹਿਗੁਰੂ ਨਾਲ ਬੈਠਣਾ ਹੈ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਜੀਵਨ 'ਚ ਵਸਾ ਕੇ, ਕਿਉਂਕਿ ਸਾਂਝ ਗੁਣਾਂ ਦੀ ਹੈ। ਸਾਂਝ ਕੀਜੈ ਗੁਣਾ ਕੇਰੀ ਛਾੜ ਅਵਗੁਣ ਚੱਲੀਏ। ਸਿੱਖ ਨੇ ਗੁਣਾਂ ਦੀ ਸਾਂਝ ਕਰਨੀ ਹੈ, ਜੀਵਨ ਵਿੱਚੋਂ ਅਵਗੁਣ ਤਿਆਗਨੇ ਹਨ, ਗੁਣਾਂ ਦੀ ਸਾਂਝ ਕਰਨੀ। ਆਪਾਂ ਕਿਉਂਕਿ ਇੱਥੇ ਗੁਰੂ ਦਰ 'ਤੇ ਸਿੱਖਣ ਵਾਸਤੇ ਆਉਂਦੇ ਹਾਂ, ਸਮਝਣ ਵਾਸਤੇ ਆਉਂਦੇ ਹਾਂ। ਜਿਹੜੀ ਆਤਮਾ ਪਰਿਪੂਰਨ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ, ਮਰ ਕਹਿੰਦੇ ਮੱਘਰ ਦੇ ਮਹੀਨੇ ਰਾਹੀਂ ਉਪਦੇਸ਼ ਬਖਸ਼ ਰਹੇ ਨੇ, ਉਹ ਬੜੀ ਸੋਭਨੀਕ ਲੱਗਦੀ ਹੈ। ਜਿਵੇਂ ਕੋਈ ਬੱਚਾ ਆਪਣੇ ਮਾਤਾ ਦੀ ਗੋਦ ਵਿੱਚ, ਪਿਓ ਦੀ ਗੋਦ ਵਿੱਚ ਹੋਵੇ ਨਾ, ਚੰਗਾ ਲੱਗਦਾ ਹੈ। ਕੋਈ ਸਿੱਖ ਗੁਰੂ ਦੀ ਗੋਦ ਵਿੱਚ ਬੈਠੇ ਚੰਗਾ ਲੱਗਦਾ ਹੈ। ਜੀਵ ਆਤਮਾ ਪਰਮਾਤਮਾ ਦੀ ਯਾਦ ਵਿੱਚ ਜੁੜੇ ਤੇ ਉਸ ਤੋਂ ਜ਼ਿਆਦਾ ਸੋਭਨੀਕ ਹੋਰ ਕੋਈ ਨਹੀਂ। ਸੰਸਾਰ ਆਪਣੇ ਆਪ ਨੂੰ ਸੁੰਦਰ ਬਣਾਉਣ ਵਾਸਤੇ ਤੁਸੀਂ ਵੇਖੋ ਕਿ ਕਿਤਨਾ ਬਿਊਟੀ ਪਾਰਲਰ ਦੀਆਂ ਦੁਕਾਨਾਂ ਖੁੱਲ੍ਹ ਗਈਆਂ। ਗਲੀ ਮੁਹੱਲੇ ਵਿੱਚ 4-4, 10-10 ਦੁਕਾਨਾਂ ਨੇ। ਕਈ ਵਾਰੀ ਤਾਂ ਇੰਝ ਲੱਗਦਾ ਉਤਨੇ ਤਾਂ ਗਲੀ ਵਿੱਚ ਘਰ ਨਹੀਂ ਜਿਤਨੀ ਬਿਊਟੀ ਪਾਰਲਰ ਦੀ ਦੁਕਾਨਾਂ ਨੇ। ਇਹ ਕਿਸ ਵਾਸਤੇ ਖੁੱਲੀਆਂ, ਕਦੇ ਵਿਚਾਰ ਕੀਤਾ? ਕਿਉਂਕਿ ਬੰਦੇ ਦੀ ਇੱਕ ਰੁਚੀ ਪੈਦਾ ਹੋ ਗਈ, ਮੈਂ ਬਾਹਰੋਂ ਸੁੰਦਰ ਹੋਵਾਂ। ਅੰਦਰ ਸੁੰਦਰਤਾ ਵਾਸਤੇ ਗੁਰਦੁਆਰਾ ਹੈ, ਧਰਮਸ਼ਾਲਾ ਹੈ, ਮੰਦਰ ਨੇ, ਧਾਰਮਿਕ ਸਥਾਨ ਨੇ, ਪਰ ਉਹਨਾਂ ਵਿੱਚ ਜਾ ਕੇ ਇਹ ਸੁੰਦਰ ਹੋਣ ਵਾਸਤੇ ਆਪਣਾ ਆਪ ਉਹਨਾਂ ਨੂੰ ਅਰਪਣ ਨਹੀਂ ਕਰਦਾ। ਬਿਊਟੀ ਪਾਰਲਰ 'ਤੇ ਹਰ ਇੱਕ ਇਸਤਰੀ ਪੁਰਸ਼ ਉੱਥੇ ਜਾ ਕੇ ਆਪਣਾ ਆਪ ਬਿਊਟੀ ਪਾਰਲਰ ਵਾਲਿਆਂ ਨੂੰ ਅਰਪਣ ਕਰ ਦਿੰਦਾ, ਤੁਸੀਂ ਜੋ ਕਰਨਾ ਕਰੋ ਜੀ। ਗੁਰਦੁਆਰੇ ਆ ਕੇ ਤਾਂ ਨਹੀਂ ਕਰਦੇ ਸੀ ਵੀ ਸੱਚੇ ਪਾਤਸ਼ਾਹ ਤੁਸੀਂ ਜਿੰਨਾ ਕਰਨਾ ਸਾਨੂੰ ਕਰ ਦਿਓ। ਅਸੀਂ ਤੁਹਾਡੇ ਕੋਲ ਆਏ ਹਾਂ ਆਪਣੇ ਆਪ ਨੂੰ ਕਢਵਾਉਣ ਵਾਸਤੇ। ਇੱਥੇ ਸਿੱਖ ਆ ਕੇ ਅਰਪਣ ਨਹੀਂ ਕਰਦਾ। ਔਰ ਗੁਰਦੇਵ ਕਹਿੰਦੇ ਨੇ, ਦੁਨੀਆ ਦੇ ਲੋਕੋ ਇੱਕ ਗੱਲ ਮੈਂ ਤੁਹਾਨੂੰ ਸਮਝਾ ਦੇਣੀ ਚਾਹੁੰਦਾ, ਬਿਊਟੀ ਪਾਰਲਰ ਤੁਸੀਂ 1000 ਚਲੇ ਜਾਓ ਤਾਂ ਵੀ ਕਦੇ ਸੁੰਦਰ ਨਹੀਂ ਹੋ ਸਕਦੇ, ਪਰ ਸੰਗਤ ਵਿੱਚ ਆ ਕੇ ਜੇ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੱਤਾ, ਇੱਥੇ ਬੈਠੋਗੇ ਨਾ, ਤੇ ਤੁਹਾਡੀ ਵਰਗੀ ਸੁੰਦਰਤਾ ਕਿਸੇ ਕੋਲ ਨਹੀਂ ਹੋਏਗੀ। ਦੁਨੀਆ ਲੋਚੇਗੀ ਜੋ ਸੁੰਦਰਤਾ ਤੁਹਾਡੇ ਕੋਲ ਆਏਗੀ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਐਣੇ। ਮੈਂ ਆਪਣੇ ਕੋਲੋਂ ਕੋਈ ਵਚਨ ਨਹੀਂ ਕਹਿ ਰਿਹਾ, ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਹੈ ਸਾਰੀ। ਮੇਰੇ ਸਤਿਗੁਰ ਕਹਿੰਦੇ ਉਹ ਸਭ ਤੋਂ ਸੋਹਣਾ ਹੈ ਜਿਹੜਾ ਸੰਗਤ ਵਿੱਚ ਆ ਕੇ ਬਹਿੰਦਾ, ਔਰ ਇਕੱਲਾ ਬੈਠਣਾ ਹੀ ਨਹੀਂ ਸਰੀਰ ਕਰਕੇ, ਸਗੋਂ ਆਪਣਾ ਮਨ ਗੁਰੂ ਨੂੰ ਅਰਪਣ ਕਰਕੇ ਗੁਰੂ ਨੂੰ ਕਹਿਣਾ, ਸੱਚੇ ਪਾਤਸ਼ਾਹ ਮੇਰੇ ਮਨ ਦੀ ਸੋਹਣੀ ਘਾੜਤ ਕਰ ਦਿਓ, ਮੇਰਾ ਮਨ ਸੁੰਦਰ ਘੜਿਆ ਜਾਏ। ਕਿਉਂਕਿ ਖੇਡ ਤਨ ਦੀ ਘੜਨ ਦੀ ਨਹੀਂ ਹੈ। ਅੰਦਰੋਂ ਮਨ ਘੜਿਆ ਗਿਆ, ਮਨ ਪਰਮਾਤਮਾ ਨਾਲ ਜੁੜ ਗਿਆ, ਮਨ ਪ੍ਰਸੰਨ ਹੋ ਜਾਵੇਗਾ, ਤਨ ਆਪੇ ਹੀ ਖੜ ਜਾਏਗਾ, ਤਨ ਦੇ ਉੱਤੇ ਰੌਣਕ ਆਪੇ ਹੀ ਆ ਜਾਏਗੀ।
ਬਿਊਟੀ ਪਾਰਲਰ ਜਾਣ ਕਰਕੇ ਕੋਈ ਰੌਣਕ ਨਹੀਂ ਆਉਂਦੀ। ਉਹ ਤਾਂ ਜੋ ਇੱਕ ਭੁਲੇਖਾ ਪੈਦਾ ਹੁੰਦਾ, ਸੁਰਖੀ ਬਿੰਦੀ ਲੱਗ ਕੇ ਬੰਦਾ ਸੋਚਦਾ ਵੀ ਸ਼ਾਇਦ ਸੋਹਣੇ ਹੋ ਗਏ ਆ, ਪਰ ਇਹ ਨਹੀਂ ਪਤਾ ਵੀ ਕੱਲ੍ਹ ਨੂੰ ਫਿਰ ਇਹ ਲੈ ਜਾਣੀ ਹੈ। ਪਰ ਜਿਹੜੀ ਗੁਰੂ ਦਰ 'ਤੇ ਬੈਠਣ ਵਾਲੇ ਹੋ, ਸੰਗਤ ਕਰਕੇ ਗੁਰੂ ਕੀ ਵਿਚਾਰਧਾਰਾ ਨੂੰ ਮਨ ਵਿੱਚ ਵਸਾ ਕੇ ਜਿਹੜੀ ਸੁੰਦਰਤਾ ਆਉਣੀ ਹੈ, ਉਸ ਨੂੰ ਕਿਸੇ ਬਿਊਟੀ ਪਾਰਲਰ ਜਾਣ ਦੀ ਲੋੜ ਨਹੀਂ, ਕਿਸੇ ਵੀ ਤਰੀਕੇ ਨਾਲ ਉਸ ਨੂੰ ਕਿਤੇ ਕੁਛ ਹਾਰ ਸ਼ਿੰਗਾਰ ਕਰਨ ਦੀ ਲੋੜ ਨਹੀਂ, ਉਹ ਵੈਸੇ ਹੀ ਸ਼ਿੰਗਾਰਿਆ ਜਾਂਦਾ ਹੈ। ਪਰ ਅਸੀਂ ਪਏ ਹਾਂ ਦੁਨਿਆਵੀ ਹਾਰ ਸ਼ਿੰਗਾਰ ਦੇ ਵਿੱਚ। ਗੁਰੂ ਸਾਹਿਬ ਕਹਿੰਦੇ, ਮੈਂ ਇੱਕ ਬੇਨਤੀ ਕਰਾਂ, ਸਤਿਗੁਰ ਕਹਿੰਦੇ ਕਿ ਮੈਂ ਦੇਖਦਾ ਹਾਂ ਉਹੀ ਜੀਵ ਇਸਤਰੀਆਂ ਸੋਹਣੀਆਂ ਹਨ ਜਿਹੜੀ ਪਤੀ ਪਰਮਾਤਮਾ ਦੇ ਨਾਲ ਬੈਠਦੀਆਂ ਹਨ। ਮੱਗਰ ਮਾਹੇ ਸੋਹੰਦੀਆਂ ਹਰ ਪ੍ਰਸੰਗ ਬੈਠੜੀਆਂ, ਨਾਲ ਕਹਿ ਦਿੱਤਾ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਸੋਭਾ ਹੈ ਉਹ ਮੈਂ ਕੀ ਗਿਣਾ, ਆਓ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜੀਆਂ ਜੀਵ ਇਸਤਰੀਆਂ ਸਾਹਿਬ ਨੇ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈਆਂ ਨੇ। ਕਿਹਨਾਂ ਨੂੰ ਰੱਬ ਮਿਲਦਾ ਹੈ? ਯਾਦ ਰੱਖਣਾ, ਰੱਬ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਹੋਰ ਸਭ ਥਾਵਾਂ ਦੀਆਂ ਆਸਾਵਾਂ ਛੱਡ ਪਤੀ ਪਰਮਾਤਮਾ ਦੀ ਆਸ ਰੱਖੀ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ, ਢੂੰਡੇਨ ਦੀਏ ਸੁਹਾਗ ਕੂ ਤੈ ਤਨ ਕਾਈ ਕੋਰ, ਜਿਨ੍ਹਾਂ ਨਾਮ ਸੁਹਾਗਣੀ ਤਿਨਾਂ ਝਾਕ ਨਾ ਹੋਰ। ਇਹਨਾਂ ਦਾ ਨਾਮ ਹੀ ਸੁਹਾਗਣ ਹੋਵੇ, ਉਹਨਾਂ ਨੂੰ ਕੋਈ ਹੋਰ ਝਾਕ ਰਹਿੰਦੀ ਨਹੀਂ, ਅਤੇ ਉਹਨਾਂ ਨੂੰ ਫਿਰ ਸਾਹਿਬ ਮੇਲ ਲੈਂਦਾ ਹੈ। ਜਿਹੜੀ ਕਿ ਪਤੀ ਪਰਮਾਤਮਾ ਦੀਆਂ ਬਣ ਗਈਆਂ ਨਾ, ਮੇਰੇ ਸਾਹਿਬ ਜੀ ਕਹਿੰਦੇ ਵਾਹਿਗੁਰੂ ਆਪਣੇ ਚਰਨਾਂ ਨਾਲ ਮਿਲ ਲੈਂਦਾ। ਜਿਹੜੀ ਪਰਮਾਤਮਾ ਨਾਲ ਜੀਵ ਇਸਤਰੀਆਂ ਮਿਲ ਗਈਆਂ ਨਾ, ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ। ਤੁਸੀਂ ਰੋਜ਼ ਹੀ ਪੜ੍ਹਦੇ ਹੋ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕੋਈ ਬਿਆਨ ਕਰ ਸਕਦਾ ਮੰਨਣ ਵਾਲੇ ਦੀ ਅਵਸਥਾ? ਪਛਤਾਵਾ ਹੀ ਹੋਏਗਾ ਵੀ ਘੱਟ ਆਖਿਆ ਸੀ, ਕਿਉਂਕਿ ਜਿਹਨੇ ਮੰਨ ਨਹੀਂ ਲਿਆ ਪਰਮਾਤਮਾ ਨੂੰ, ਮੰਨ ਨਹੀਂ ਲਿਆ ਪਰਮਾਤਮਾ ਦੇ ਨਾਮ ਨੂੰ, ਯਾਦ ਰੱਖਣਾ ਉਸਦੀ ਵਡਿਆਈ ਆਖੀ ਨਹੀਂ ਜਾ ਸਕਦੀ। ਇੱਥੇ ਤਾਂ ਮਰ ਕਹਿੰਦੇ ਕਿਨਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਮਹਿਮਾ ਬਿਆਨ ਨਹੀਂ ਹੋ ਸਕਦੀ। ਫਿਰ ਮਹਾਰਾਜ ਕਹਿੰਦੇ, ਤਨ ਮਨ ਮੋਲਿਆ ਰਾਮ ਸਿਓ ਸੰਗ ਸਾਧ ਸਹਿ ਲੜੀਆਂ। ਮਹਾਰਾਜ ਕਹਿਣ ਲੱਗੇ, ਸਤਸੰਗੀ ਸਹੇਲੀਆਂ ਦੀ ਸੰਗਤ ਵਿੱਚ ਪ੍ਰਭੂ ਨਾਲ ਜਿਹੜੀ ਜਿੰਦ ਜੁੜ ਜਾਂਦੀ ਹੈ, ਪ੍ਰਭੂ ਨਾਲ ਚਿੱਤ ਜੋੜ ਕੇ ਉਹਨਾਂ ਦਾ ਸਰੀਰ, ਉਹਨਾਂ ਦਾ ਮਨ ਸਦਾ ਖੜਿਆ ਰਹਿੰਦਾ ਹੈ। ਦੇਖੋ, ਰੱਬ ਨਾਲ ਜੁੜਾਂਗੇ, ਮਨ ਵੀ ਖਿੜੇਗਾ, ਤਨ ਵੀ ਖਿੜੇਗਾ। ਰੱਬ ਨਾਲ ਜੁੜਨ ਦਾ ਅਰਥ ਹੀ ਇਹ ਹੈ ਕਿ ਜੀਵਨ 'ਚ ਚਿੰਤਾ ਤੋਂ ਖੇੜਾ ਛੁੱਟ ਗਿਆ। ਰੱਬ ਨਾਲ ਜੁੜਨ ਦਾ ਅਰਥ ਹੀ ਇਹ ਹੈ ਕਿ ਸੰਸਾਰ ਦੇ ਦੁੱਖ ਸੁੱਖ ਤੋਂ ਉੱਪਰ ਹੋ ਗਏ, ਸੰਸਾਰ ਦੀਆਂ ਚਿੰਤਾਵਾਂ ਛੱਡ ਦਿੱਤੀਆਂ, ਗੁਰੂ ਦੇ ਬਚਨਾਂ ਨੂੰ ਕਮਾ ਲਿਆ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਅਤੇ ਜਿਸ ਨੇ ਸਾਰੀਆਂ ਚਿੰਤਾਵਾਂ ਛੱਡ ਹੀ ਦਿੱਤੀਆਂ, ਜਿਹਨੇ ਡੋਰੀ ਹੀ ਪਰਮਾਤਮਾ 'ਤੇ ਸੁੱਟ ਦਿੱਤੀ, ਪ੍ਰਭ ਡੋਰੀ ਹਾਥ ਤੁਮਾਰਾ ਹੈ। ਮਹਾਰਾਜ ਮੇਰੀ ਡੋਰੀ ਤੇਰੇ ਹੱਥ ਵਿੱਚ ਹੈ, ਜਿੱਦਾਂ ਤੂੰ ਰੱਖੇ ਠੀਕ ਹੈ। ਅਸੀਂ ਡੋਰੀ ਨਹੀਂ ਛੱਡਦੇ, ਡੋਰੀ ਆਪਣੇ ਹੱਥਾਂ 'ਚ ਹੀ ਰੱਖਦੇ ਹਾਂ। ਤਾਂ ਹੀ ਤਾਂ ਬੜੀ ਚਿੰਤਾਵਾਂ ਵਿੱਚ, ਫਿਕਰ ਵਿੱਚ, ਦੁੱਖਾਂ ਵਿੱਚ ਜ਼ਿੰਦਗੀ ਜਿਉਂਦੇ ਹਾਂ। ਜਿਸ ਦਿਨ ਆਪਣੀ ਡੋਰੀ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਫੜਾ ਦਿੱਤੀ ਨਾ, ਉਸ ਦਿਨ ਫਿਰ ਫਿਕਰ ਅਕਾਲ ਪੁਰਖ ਨੂੰ ਹੋਏਗੀ। ਸਤਿਗੁਰੂ ਕਹਿੰਦੇ ਫਿਰ ਤੈਨੂੰ ਫਿਕਰ ਨਹੀਂ ਹੋਣੀ। ਜਿਵੇਂ ਜਦੋਂ ਤੱਕ ਬੱਚਾ ਮਾਤਾ ਪਿਤਾ ਕੋਲ ਰਹਿੰਦਾ ਨਾ, ਉਹਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਪਿਤਾ ਕੋਲ ਰਹਿੰਦੀ ਹੈ। ਪਰ ਜੋ ਉਹ ਤੋਂ ਮਾਤਾ ਪਿਤਾ ਤੋਂ ਅੱਡ ਹੋ ਜਾਂਦਾ, ਫਿਰ ਉਹਨੂੰ ਫਿਕਰ ਪੈ ਜਾਂਦਾ। ਇੱਕ ਬੱਚਾ ਆਇਆ ਮੇਰੇ ਕੋਲ, ਮਾਤਾ ਪਿਤਾ ਨੂੰ ਛੱਡ ਕੇ ਚਲਾ ਗਿਆ, ਵਿਆਹ ਹੋ ਗਿਆ ਸੀ, 2 ਬੱਚੇ ਸਨ। ਅਤੇ ਮੈਂ ਆਖਿਆ ਵੀ ਕੀ ਹਾਲ ਹੈ ਤੇਰਾ? ਕਹਿੰਦਾ ਬੜੇ ਪਰੇਸ਼ਾਨ ਨੇ। ਮੈਂ ਕਿ ਕਿਉਂ? ਉਦੋਂ ਤਾਂ ਸੇਵਾ ਨੂੰ ਕਹਿੰਦੇ ਸੀ, ਮਾਂ ਪਿਓ ਕੀਤੀ ਨਹੀਂ। ਕਹਿੰਦੇ ਹੁਣ ਜਾ ਕੇ ਪਤਾ ਚੱਲਿਆ। ਇੱਕ ਵਾਰੀ ਉਚਾਰਨ ਕਰੋ, ਸਤਿਨਾਮ। ਪਹਿਲਾਂ ਰੋਟੀ ਦਾ ਕੋਈ ਫਿਕਰ ਨਹੀਂ, ਕਿੱਥੋਂ ਪੈਸੇ ਆਉਂਦੇ ਨੇ, ਕਿੱਥੋਂ ਕਮਾਉਣ ਦੀ ਕੋਈ ਫਿਕਰ ਨਹੀਂ। ਹੁਣ ਪਤਾ ਲੱਗ ਰਿਹਾ ਕਿੱਦਾਂ ਘਰ ਚਲਾਉਣਾ ਪੈਂਦਾ। ਇਹ ਸੱਚ ਹੈ। ਜਦੋਂ ਵੱਡਿਆਂ ਦੇ ਹੱਥ ਡੋਰ ਹੋਵੇ ਨਾ, ਕੋਈ ਫਿਕਰ ਨਹੀਂ ਹੁੰਦਾ। ਜਦੋਂ ਬੰਦਾ ਆਪਣੇ ਪੈਰਾਂ 'ਤੇ ਕਹਿੰਦਾ ਕਿ ਮੈਂ ਆਪ ਦੇਖ ਲਾਂਗਾ, ਉਦੋਂ ਪਤਾ ਚੱਲਦਾ ਵੀ ਕਿਵੇਂ ਬੜਾ ਔਖਾ ਹੋਣਾ ਪੈਂਦਾ। ਆਪਣੀ ਗ੍ਰਸਤੀ ਜੀਵਨ ਨੂੰ, ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ ਪਾਲਣਾ। ਕਈ ਵਾਰੀ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਅਸੀਂ ਸਭ ਕਰ ਲਾਂਗੇ, ਪਰ ਜਦੋਂ ਉਹ ਅੱਡ ਹੋ ਕੇ ਬਾਅਦ ਦੇ ਕੁਝ ਸਮਾਂ ਲੰਘਦਾ, ਫਿਰ ਪਤਾ ਚੱਲਦਾ। ਫਿਰ ਮੈਨੂੰ ਕਹਿੰਦਾ ਬੱਚਾ, ਕਹਿੰਦੇ ਜੋ ਅੱਡ ਹੋ ਗਿਆ ਸੀ ਅਤੇ ਘਰ ਵਾਲਿਆਂ ਨਾਲ ਮਿਲਾਪ ਕਰਾ ਦਿਓ, ਮੰਮੀ ਡੈਡੀ ਨੂੰ ਮਨਾਓ,
ਮੈਂ ਕਿ ਉਹ ਤਾਂ ਮੰਨੇ ਹੋਏ ਨੇ, ਤੇਰੀ ਈਗੋ ਨਹੀਂ ਮੰਨਦੀ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਉਹ ਤਾਂ ਜਿਸ ਦਿਨਾਂ ਤੋਂ ਤੂੰ ਅੱਡ ਹੋਇਆ ਦੁਖੀ ਨੇ ਬੜੇ, ਭਾਵੇਂ ਸਾਰਾ ਖਰਚਾ ਉਹੀ ਕਰਦੇ ਸਨ। ਮਾਤਾ ਪਿਤਾ ਕਦੇ ਨਹੀਂ ਚਾਹੁੰਦੇ ਵੀ ਬੱਚਾ ਅੱਡ ਹੋਵੇ, ਬੱਚਾ ਅੱਡ ਹੋ ਜਾਂਦਾ। ਪਰਮਾਤਮਾ ਕਦੇ ਨਹੀਂ ਚਾਹੁੰਦਾ ਕਿ ਜੀਵ ਆਤਮਾ ਮੇਰੇ ਨਾਲੋਂ ਅੱਡ ਹੋਵੇ ਅਤੇ ਜੀਵ ਆਤਮਾ ਮਾਇਆ ਦੇ ਮੋਹ ਵਿੱਚ ਅੱਡ ਹੋ ਜਾਂਦੀ ਹੈ। ਇਹ ਯਾਦ ਰੱਖਿਓ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਜਿਹੜੀ ਜੀਵ ਆਤਮਾ ਸਤਸੰਗੀ ਸਹੇਲੀਆਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਨਾਲ ਇਕਮਿਕ ਹੋ ਜਾਂਦੀ ਹੈ, ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ, ਅਤੇ ਪਰਮਾਤਮਾ ਨਾਲ ਜਿਹੜਾ ਵੀ ਆਪਣੇ ਚਿੱਤ ਨੂੰ ਜੋੜ ਲੈਂਦਾ, ਉਹਦਾ ਤਨ ਉਹਦਾ ਮਨ ਖੜਿਆ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹੈ। ਕਿਉਂਕਿ ਇਹ ਮਨ ਜਿਸ ਦਿਨ ਜੁੜ ਗਿਆ, ਇਹ ਤਨ ਜਿਸ ਦਿਨ ਗੁਰੂ ਨਾਲ ਜੁੜ ਗਿਆ, ਇਹ ਖੇੜੇ 'ਚ ਰਹੇਗਾ। ਜਦੋਂ ਤੱਕ ਅਸੀਂ ਆਪਣੀਆਂ ਚਿੰਤਾਵਾਂ, ਝੋਰੇ, ਦੁੱਖ, ਤਕਲੀਫਾਂ, ਬਿਮਾਰੀਆਂ ਨਾਲ ਜੁੜੇ ਰਹਾਂਗੇ, ਸਾਨੂੰ ਕੋਈ ਖੇੜਾ ਨਹੀਂ ਦੇ ਸਕਦਾ। ਛੱਡ ਦਿਓ ਇਹਨਾਂ ਨੂੰ। ਜਿੱਦਾਂ ਰੱਖਣਾ, ਜਦੋਂ ਤੱਕ ਉਮਰ ਹੈ ਉਤਨੀ ਉਮਰ ਭੋਗਣੀ, ਅਸੀਂ ਉਸ ਤੋਂ ਜ਼ਿਆਦਾ ਤਾਂ ਨਹੀਂ ਭੋਗ ਸਕਦੇ। ਨੌਜਵਾਨਾਂ ਨੂੰ ਅੱਜ ਅਟੈਕ ਆ ਰਹੇ ਨੇ, ਉਮਰ ਉਨੀ ਲਿਖੀ ਸੀ, ਜਾਣਾ ਪਏਗਾ। ਹੋਰ ਬੜੇ ਕਾਰਨ ਬਣ ਰਹੇ ਨੇ, ਪਰ ਸਾਨੂੰ ਆਪਣੇ ਮਰਨ ਦਾ ਹੀ ਬੜੀ ਫਿਕਰ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਦੇਖ ਪਰਮਾਤਮਾ ਨਾਲ ਆਪਣੇ ਚਿੱਤ ਨੂੰ ਜੋੜ ਲੈ, ਤੂੰ ਤਨੋਂ ਮਨੋਂ ਖਿੜ ਜਾਏਗਾ। ਫਿਰ ਸਾਹਿਬ ਕਹਿੰਦੇ ਨੇ, ਕਹਿੰਦੇ ਇੱਥੇ ਬਸਣੀ ਸਾਧ ਜਨਾਂ ਤੇ ਬਹਾਰੀ, ਸੇ ਰਹਿਣ ਇਕੇ ਲੜੀਆਂ। ਜਿਹੜੀਆਂ ਸਤਸੰਗੀ ਇਸਤਰੀਆਂ ਤੋਂ, ਭਾਵ ਕਿ ਸਤਸੰਗਤ ਤੋਂ, ਬਾਹਰੀ ਦਾ ਅਰਥ ਹੈ ਭਾਵ ਕਿ ਜਿਹੜੀ ਸਤਸੰਗਤ ਵਿੱਚ ਨਹੀਂ ਆਉਂਦੀਆਂ, ਸਤਸੰਗਤ ਤੋਂ ਵਾਂਝੀਆਂ ਰਹਿੰਦੀਆਂ ਨੇ। ਇਸ ਸੰਗਤ ਦੇ ਵਿੱਚ ਆਉਣਾ ਸਾਡੀ ਬੜੀ ਕਿਸਮਤ ਦਾ ਇੱਕ ਲਖਾਇਕ ਹੈ। ਰੋਜ਼ ਆਪਾਂ ਨੂੰ ਸੰਗਤ ਮਿਲ ਜਾਂਦੀ ਹੈ ਨਾ, ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਵੀ ਇਹ ਸੰਗਤ ਕਰਦੀ ਕੀ ਹੈ, ਪਰ ਮੈਂ ਇੱਕ ਬੇਨਤੀ ਕਰਾਂ, ਸੰਗਤ ਤੋਂ ਵਾਂਝੇ ਹੋ ਕੇ ਪਤਾ ਲੱਗਦਾ ਹੈ। ਜਿਹੜੇ ਰੋਜ਼ ਆਉਂਦੇ ਨੇ, ਇੱਕ ਦਿਨ ਨਾ ਆਉਣ 'ਤੇ ਤਰਲੋ ਮੱਛੀ ਹੋ ਜਾਂਦੇ ਨੇ, ਦੁਖੀ ਹੋ ਜਾਂਦੇ ਵੀ ਅੱਜ ਸਤਸੰਗਤ ਵਿੱਚ ਨਹੀਂ ਬੈਠੇ, ਅੱਜ ਗੁਰਦੁਆਰੇ ਨਹੀਂ ਜਾਇਆ ਗਿਆ। ਇਸ ਦਾ ਅਰਥ ਹੈ ਵੀ ਇੱਥੇ ਕਿਤਨਾ ਕੁਛ ਮਿਲਦਾ ਸਾਨੂੰ ਪਤਾ ਹੀ ਨਹੀਂ ਹੁੰਦਾ। 4 ਦਿਨ ਨਾ ਆਈਏ ਫਿਰ ਪਤਾ ਲੱਗਦਾ ਕੀ ਕੁਛ ਗੁਰਦੁਆਰੇ 'ਚੋਂ ਮਿਲਦਾ ਸੀ, ਸਤਸੰਗਤ ਵਿੱਚ ਬੈਠਣ ਨਾਲ ਕੀ ਪ੍ਰਾਪਤੀ ਹੁੰਦੀ ਸੀ, ਗੁਰੂ ਚਰਨਾਂ ਵਿੱਚ ਬੈਠ ਕੇ ਕੀ ਕੁਛ ਹਾਸਲ ਕਰਦੇ ਸੀ। ਮਹਾਰਾਜ ਨੇ ਜਿਹੜੀ ਜੀਵ ਇਸਤਰੀਆਂ ਸਤਸੰਗਤ ਤੋਂ ਵਾਂਝੀਆਂ ਰਹਿੰਦੀਆਂ ਹਨ, ਸਾਧ ਜਨਾਂ ਤੇ ਬਹਾਰੀ, ਸੇ ਰਹਿਣ ਇਕੇ ਲੜੀਆਂ, ਉਹ ਇਕੱਲੀਆਂ ਛੁੱਟੜ ਹੀ ਰਹਿ ਜਾਂਦੀਆਂ ਹਨ। ਕਿਉਂਕਿ ਉਹਨਾਂ ਦੇ ਸੁਰਤ ਦਾ ਕੋਈ ਸਾਥੀ ਨਹੀਂ ਬਣਦਾ। ਪਰ ਜਿਹੜੀ ਸਤਸੰਗਤ ਵਿੱਚ ਜੀਵ ਇਸਤਰੀ ਆਉਂਦੀ ਹੈ, ਆਤਮਾ ਦਾ ਸਾਥੀ ਸ਼ਬਦ ਬਣਦਾ ਹੈ, ਪਰਮਾਤਮਾ ਬਣਦਾ ਹੈ। ਇਹ ਯਾਦ ਰੱਖਣਾ ਜੀਵਨ ਦੇ ਅੰਦਰ। ਬਹੁਤ ਸਾਰੇ ਡਿਪਰੈਸ਼ਨ ਦੇ ਸ਼ਿਕਾਰ ਹੋਣ ਤੋਂ ਬੰਦੇ ਬਚ ਜਾਂਦੇ ਨੇ, ਜਿਹੜੇ ਕਿ ਸਤਸੰਗਤ ਕਰਦੇ ਨੇ, ਬਾਣੀ ਪੜ੍ਹਦੇ ਨੇ, ਗੁਰੂ ਦਾ ਸੰਗ ਕਰਦੇ ਨੇ। ਹੋ ਸਕਦਾ ਉਹਨਾਂ ਕੋਲ ਪੈਸੇ ਘੱਟ ਹੋਣ, ਪਰ ਇੱਕ ਕਰੋੜਪਤੀ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਏਗਾ ਜਿਹੜਾ ਸਤਸੰਗਤ ਨਹੀਂ ਕਰਦਾ। ਭਾਵੇਂ ਪੈਸੇ ਬੜੇ ਨੇ ਉਸਦੇ ਕੋਲ, ਧਨ ਬਹੁਤ ਹੈ। ਸਤਸੰਗਤ ਇਸ ਕਰਕੇ ਨਹੀਂ ਕਰਨੀ ਕਿ ਸਤਸੰਗਤ ਕਰਨ ਦੇ ਨਾਲ ਦੁਨਿਆਵੀ ਪਦਾਰਥ ਆਉਂਦੇ ਨੇ। ਸਤਸੰਗਤ ਇਸ ਕਰਕੇ ਕਰਨੀ ਹੈ ਕਿਉਂਕਿ ਜੀਵਨ ਜਾਚ ਪ੍ਰਾਪਤ ਹੁੰਦੀ ਹੈ, ਜੀਵਨ ਜੀਵਨ ਦੀ ਜੁਗਤ ਮਿਲਦੀ ਹੈ। ਜੇ ਸਤਸੰਗਤ ਤੋਂ ਵਾਂਝੇ ਰਹਿ ਗਏ ਨਾ, ਤਾਂ ਜੀਵਨ ਜਿਹੜਾ ਉਹ ਕਸ਼ਟਾਂ ਨਾਲ, ਦੁੱਖਾਂ ਨਾਲ ਭਰ ਜਾਏਗਾ। ਜਿਵੇਂ ਛੁੱਟਰ ਇਸਤਰੀਆਂ ਇਕੱਲੀਆਂ ਰਹਿੰਦੀਆਂ ਨੇ, ਇਸ ਤਰ੍ਹਾਂ ਅਸੀਂ ਪਰਮਾਤਮਾ ਦੀ, ਗੁਰੂ ਕੀ ਸੰਗਤ ਤੋਂ ਬਿਨਾਂ ਜੇ ਵਾਂਝੀਆਂ ਰਹਿ ਗਈਆਂ ਨਾ ਸਾਡੀ ਜੀਵ ਆਤਮਾ, ਤੇ ਸਾਡੀ ਹਾਲਤ ਵੀ ਉੱਦਾਂ ਹੀ ਹੈ। ਸਾਧ ਜਨਾਂ ਤੇ ਬਹਾਰੀ, ਸੇ ਰਹਿਣ ਇਕੇ ਲੜੀਆਂ। ਨਾਲ ਸਤਿਗੁਰੂ ਨੇ ਇੱਕ ਗੱਲ ਆਖੀ, ਕਹਿੰਦੇ ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆਂ। ਉਹਨਾਂ ਦਾ ਦੁੱਖ ਕਦੀ ਉਤਰਦਾ ਨਹੀਂ ਹੈ, ਉਹ ਜਮਾਂ ਦੇ ਵਸ ਪੈ ਜਾਣੀ ਹੈ। ਇਕੱਲਾ ਬੰਦਾ ਬੈਠਾ ਨਾ, ਉੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਕੇ ਘੇਰ ਲੈਂਦੇ ਆ, ਕਾਬੂ ਕਰ ਲੈਂਦੇ ਨੇ। ਇਹ ਵੀ ਜਮ ਨੇ, ਔਰ ਇਹੀ ਜਮ ਉਹਨਾਂ ਜਮਾਂ ਤੱਕ ਪਹੁੰਚਾ ਦਿੰਦੇ ਨੇ। ਜਦੋਂ ਆਪਾਂ ਸਤਸੰਗਤ ਵਿੱਚ ਆਉਂਦੇ ਹਾਂ ਨਾ, ਸਤਸੰਗਤ ਕਰਦੇ ਹਾਂ, ਅਤੇ ਸਾਨੂੰ ਇਹ ਵਿਕਾਰ ਜਿਹੜੇ ਨੇ ਨਾ, ਉਹ ਇਤਨਾ ਘੇਰਾ ਨਹੀਂ ਪਾਉਂਦੇ। ਸਤਸੰਗਤ ਦੀ ਬਰਕਤ ਦੇ ਨਾਲ ਜੇ ਅਸੀਂ ਸਵੇਰੇ ਸ਼ਾਮ ਆਉਂਦੇ ਨਾ, ਅਤੇ ਸਤਸੰਗਤ ਦੀ ਬਰਕਤ ਹੁੰਦੀ ਹੈ। ਸਤਸੰਗਤ ਵਿੱਚ ਸੁਣਿਆ ਹੋਇਆ ਗੁਰੂ ਕਾ ਗਿਆਨ, ਗੁਰੂ ਕੀ ਬਾਣੀ, ਇਹ ਸਾਨੂੰ ਮਾੜੇ ਕੰਮਾਂ ਤੋਂ ਪ੍ਰੇਰਦੀ ਰਹਿੰਦੀ। ਨਾ ਕਰ, ਮਾੜੇ ਕੰਮ ਕਰੇਗਾ ਦੁਖੀ ਹੋਏਗਾ। ਜਦੋਂ ਬਾਣੀ ਦੀ ਪੰਕਤੀਆਂ ਸਾਡੇ ਮਨ ਮੰਦਰ ਵਿੱਚ ਜਾਂਦੀਆਂ, ਉਸ ਵੇਲੇ ਸਾਨੂੰ ਇਹ ਪੰਕਤੀਆਂ ਢਾਰਸ ਦਿੰਦੀਆਂ ਹਨ, ਭਰੋਸਾ ਦਿੰਦੀਆਂ ਹਨ
ਕਿ ਮਾੜੇ ਕੰਮ ਕਰਨ ਵਾਲੇ ਦੀ ਹਾਲਤ ਕੀ ਹੈ, ਰੱਬ ਨੂੰ ਵਿਸਾਰਨ ਵਾਲੇ ਦੀ ਹਾਲਤ ਕੀ ਹੈ। ਆਪਾਂ ਪਿੱਛੇ ਵਿਚਾਰਿਆ ਸੀ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਸ ਕਰਕੇ ਗੁਰਦੇਵ ਪਿਤਾ ਕਹਿੰਦੇ ਨੇ, ਕਹਿੰਦੇ ਉਹਨਾਂ ਜੀਵ ਇਸਤਰੀਆਂ ਦਾ ਦੁੱਖ ਕਦੀ ਲੱਥਦਾ ਹੀ ਨਹੀਂ ਹੈ। ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆਂ, ਉਹ ਜਮਾਂ ਦੇ ਵਸ ਪੈ ਜਾਣੀਆਂ। ਜਮਕੀ ਨੇ ਕਾਮ ਆਦਿਕ ਵੈਰੀ ਜਿਹੜੇ ਨੇ ਆ ਕੇ ਉਹਦੇ ਜੀਵਨ ਦੇ ਵਿੱਚ ਉਹਨੂੰ ਘੇਰਾ ਪਾ ਲੈਂਦੇ ਹਨ, ਉਹਨੂੰ ਘੇਰ ਲੈਂਦੇ ਹਨ। ਤੁਸੀਂ ਕਦੀ ਇਕੱਲੇ ਰਹਿ ਕੇ ਵੇਖਣਾ, ਇਹ ਚੀਜ਼ਾਂ ਤੁਹਾਨੂੰ ਬਹੁਤ ਸਤਾਉਣਗੀਆਂ। ਪਰਿਵਾਰ ਵਿੱਚ ਬੈਠੇ ਹੋ, ਇਹਨਾਂ ਚੀਜ਼ਾਂ ਤੋਂ ਛੁਟਕਾਰਾ ਹੋ ਜਾਏਗਾ। ਹਰ ਵੇਲੇ ਕਾਮ, ਹਰ ਵੇਲੇ ਕ੍ਰੋਧ, ਹਰ ਵੇਲੇ ਲੋਭ, ਮੋਹ, ਅਹੰਕਾਰ ਨਹੀਂ ਸਤਾਏਗਾ। ਪਰ ਜੇ ਤੁਸੀਂ ਇਕੱਲੇ, ਉੱਥੇ ਬਹੁਤ ਸਾਰੀਆਂ ਚੀਜ਼ਾਂ ਆਉਣਗੀਆਂ। ਇਸ ਕਰਕੇ ਕਦੀ ਇਕੱਲੇ ਵੀ ਰਹੋ ਨਾ, ਤਾਂ ਸਿਆਣੇ ਕਹਿੰਦੇ ਨੇ ਵੀ ਇਕੱਲਾ ਬੰਦਾ ਮੰਜੇ 'ਤੇ ਨਾ ਬੈਠੇ, ਸਗੋਂ ਇਕੱਲਾ ਬੰਦਾ ਘਰ 'ਚ ਰਹਿੰਦਾ ਅਤੇ ਕੋਈ ਨਾ ਕੋਈ ਕੰਮ ਕਰਦਾ ਰਹੇ। ਕਈ ਬੰਦੇ ਕਹਿੰਦੇ ਜੀ ਕੋਈ ਕੰਮ ਹੀ ਨਹੀਂ, ਮੇਰੇ ਘਰ ਦੇ ਵਿੱਚ ਤਾਂ ਭਾਵੇਂ 50 ਗਜ ਦਾ ਭਲਾ 10 ਗਜ ਦਾ ਘਰ ਵਾ, ਉਹਦੇ ਵਿੱਚ ਬੜੇ ਕੰਮ ਨੇ, ਸਵੇਰ ਤੋਂ ਸ਼ਾਮ ਤੱਕ ਨਹੀਂ ਮੁੱਕਦੇ, ਰੋਜ਼ ਕਰੀ ਜਾਓ। ਤੁਹਾਡੇ ਘਰ ਦੇ ਸਵਿੱਚ ਲੱਗੇ ਨੇ, ਉਹੀ ਸਾਫ਼ ਕਰ ਲਓ। ਫਰਿੱਜ ਪਿਆ, ਉਹੀ ਸਾਫ਼ ਕਰ ਲਓ। ਘਰ ਦੇ ਹੋਰ ਸਮਾਨ ਪਏ ਨੇ, ਉਹਨਾਂ ਨੂੰ ਸਾਫ਼ ਕਰ ਲਓ। ਪਰ ਆਪਣੇ ਆਪ ਨੂੰ ਵਿਹਲਾ ਨਾ ਰੱਖੋ ਜਦੋਂ ਇਕੱਲੇ ਹੋਵੋ। ਇਹ ਜੁਗਤੀਆਂ ਨੇ ਜੀਵਨ ਨੂੰ ਸਵਾਰਨ ਦੀਆਂ, ਇਹ ਤਾਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਵੀ ਜੇ ਆਪਾਂ ਜੀਵਨ ਨੂੰ ਸਹੀ ਰੱਖਣਾ, ਕੰਟਰੋਲ 'ਚ ਰੱਖਣਾ। ਔਰ ਦੂਜੀ ਗੱਲ, ਇਕੱਲੀ ਜਦੋਂ ਤੁਸੀਂ ਉਹ ਕੰਮ ਕਰੋਗੇ ਨਾ, ਜਿੱਥੇ ਕਿ ਉਹ ਤੁਹਾਡਾ ਮਨ ਗਲਤ ਪਾਸੇ ਨਹੀਂ ਜਾਏਗਾ ਕੰਮ ਕਰਦੇ ਹੋਏ, ਨਾਲ ਬਾਅਦ ਦੇ ਵਿੱਚ ਉਹ ਸੇਵਾ ਕਰਨ ਤੋਂ ਬਾਅਦ ਜਿਹੜੀ ਤੁਹਾਨੂੰ ਸੰਤੁਸ਼ਟੀ ਮਿਲਣੀ, ਉਹਦਾ ਕੋਈ ਪੈਸਾ ਮੁੱਲ ਨਹੀਂ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਜਿਹੜਾ ਕੰਮ ਤੁਸੀਂ ਆਪ ਕੀਤਾ ਹੋਵੇ ਨਾ, ਬਾਅਦ 'ਚ ਤੁਸੀਂ ਦੇਖੋਗੇ ਘਰ 'ਚ ਸਫਾਈ ਹੋਈ ਹੈ, ਤੁਹਾਡੇ ਘਰ ਦੇ ਬੋਰਡ ਵਿੱਚ ਸਵਿੱਚ ਲੱਗੇ ਨੇ, ਉਹ ਸਾਫ਼ ਕੀਤੇ ਹੋਏ ਨੇ, ਤੁਸੀਂ ਕਈ ਦਿਨ ਤੱਕ ਬੜੇ ਸੰਤੁਸ਼ਟ ਹੋਗੇ ਵੀ ਸੇਵਾ ਕੀਤੀ ਸੀ, ਬੜੇ ਚੰਗੇ ਲੱਗ ਰਹੇ ਨੇ। ਸੰਤੁਸ਼ਟੀ ਵੀ ਮਿਲਦੀ ਹੈ ਨਾਲ ਸੇਵਾ ਕਰ। ਇਕੱਲਾ ਇਹ ਨਹੀਂ, ਸਰੀਰ ਤਾਂ ਠੀਕ ਰਹਿੰਦਾ ਹੀ ਹੈ, ਨਾਲ ਅੰਦਰ ਮਨ ਵੀ ਠੀਕ ਹੋ ਜਾਂਦਾ। ਪਰ ਕੌਣ ਦੱਸੇ ਸਾਨੂੰ? ਅਸੀਂ ਕਹਿੰਦੇ ਨੌਕਰਾਨੀ ਆਪੇ ਕਰ ਦੇਗੀ, ਉਹਨੂੰ ਕੀ ਲੋੜ ਪਈ ਹੈ? ਭਾਂਡੇ ਉਹ ਸਾਫ਼ ਕਰ ਜਾਏਗੀ, ਝਾੜੂ ਉਹ ਮਾਰ ਜਾਏਗੀ, ਘਰ ਦੇ ਕੱਪੜੇ ਉਹ ਧੋ ਜਾਏਗੀ, ਸਾਨੂੰ ਕੀ ਲੈਣਾ? ਕਿਉਂਕਿ ਸਾਡੇ ਕੋਲ ਪੈਸਾ ਹੈ। ਉਹ ਪੈਸਾ ਤਾਂ ਤੁਸੀਂ ਦੇ ਕੇ ਕਰਾ ਲਓਗੇ, ਪਰ ਕਾਇਆ ਤਾਂ ਆਪਣੀ ਖਤਮ ਕਰ ਲਓਗੇ। ਗੁਰੂ ਸਾਹਿਬ ਨੇ ਐਵੇਂ ਕਿਰਤ ਨਹੀਂ ਸੀ ਸਾਨੂੰ ਦਿੱਤੀ। ਅਸੀਂ ਤਾਂ 2 ਭਾਂਡੇ ਮਾਂਜਣ ਤੋਂ ਜੋ ਪੂਰੀ ਰਾਤ ਸਾਡੇ ਉਹਦੇ ਵਿੱਚ ਪਏ ਰਹਿੰਦੇ, ਸਵੇਰੇ ਆਏਗੀ ਨੌਕਰਾਨੀ, ਉਹ ਕਰੇਗੀ। ਸਾਡਾ ਗਲਾਸ ਪਾਣੀ ਦਾ ਨਹੀਂ ਮੇਜ਼ਾਂ ਤੋਂ ਉੱਠਦਾ। ਇਹ ਮੈਂ ਤਕਰੀਬਨ ਘਰਾਂ ਵਿੱਚ ਜਾਂਦਾ ਦੇਖਦਾ, ਬੜੀ ਹਾਲਤ ਮਾੜੀ ਹੈ। ਗੁਸਤਾਖੀ ਮਾਫ਼ ਕਰਨਾ, ਬੜੀ ਹਾਲਤ ਮਾੜੀ ਹੈ। ਸਗੋਂ ਜਿਹੜਾ ਕੰਮ ਸਾਨੂੰ ਆਪ ਕਰਨਾ ਚਾਹੀਦਾ, ਅਸੀਂ ਵਿਹਲੇ ਘਰ ਦੇ ਵਿੱਚ ਕਰਨੇ ਨੂੰ ਕੀ ਹੁੰਦਾ? ਪੈਸਾ ਹੋਣਾ ਇੱਕ ਚੰਗੀ ਗੱਲ ਹੈ, ਪਰ ਪੈਸੇ ਨਾਲ ਆਪਣੇ ਸਰੀਰ ਨੂੰ ਵਿਗਾੜਨਾ, ਬਿਮਾਰ ਕਰਨਾ, ਇਹ ਬਹੁਤ ਮਾੜੀ ਗੱਲ ਹੈ। ਕਿਉਂਕਿ ਅਸੀਂ ਪੈਸੇ ਦੇ ਪਿੱਛੇ ਆਪਣੇ ਸਰੀਰਾਂ ਨੂੰ, ਆਪਣੀ ਕਾਇਆ ਨੂੰ ਖਰਾਬ ਕਰ ਰਹੇ ਹਾਂ। ਪਹਿਲਾਂ ਕਾਇਆ ਨੂੰ ਖਰਾਬ ਕਰਦੇ ਹਾਂ ਮਾਇਆ ਦੇ ਕੇ, ਫਿਰ ਸਾਰੀ ਮਾਇਆ ਉਸ ਕਾਇਆ 'ਤੇ ਲਗਾ ਦਿੰਦੇ ਹਾਂ, ਸਭ ਕੁਝ ਬਰਾਬਰ ਹੋ ਜਾਂਦਾ ਉੱਥੇ। ਗੁਰੂ ਸਾਹਿਬ ਨੇ ਐਵੇਂ ਨਹੀਂ ਸਿਧਾਂਤ ਬਖਸ਼ੇ, ਜਿਹੜੇ ਗੁਰਸਿੱਖੀ ਦੇ ਸਿਧਾਂਤ ਬੜੇ ਵਧੀਆ ਸਿਧਾਂਤ ਸੀ। ਕਿਰਤ ਕਰੋ ਐਵੇਂ ਨਹੀਂ ਬਾਪੂ ਨਾਨਕ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਨੇ ਹੰਡਾਇਆ ਪਿੰਡੇ ਦੇ ਉੱਤੇ। ਇਸ ਕਰਕੇ ਮੇਰੇ ਦਾਤਾ ਸਤਿਗੁਰੂ ਕਹਿੰਦੇ ਨੇ, ਯਾਦ ਰੱਖੀ ਤਿਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆਂ। ਫਿਰ ਬਾਪੂ ਕਹਿੰਦੇ, ਜਿਨੀ ਰਾਵਿਆ ਪ੍ਰਭ ਆਪਨਾ, ਸੇ ਦਿਸਨ ਨਿਤ ਖੜੀਆਂ। ਜਿਨ੍ਹਾਂ ਜੀਵ ਇਸਤਰੀਆਂ ਨੇ ਪਤੀ ਪਰਮਾਤਮਾ ਦਾ ਸਾਥ ਮਾਣਿਆ, ਜਿਨ੍ਹਾਂ ਨੂੰ ਰੱਬ ਜੀ ਦਾ ਸੰਗ ਪ੍ਰਾਪਤ ਹੋ ਗਿਆ। ਰੱਬ ਦਾ ਸੰਗ ਕੀ ਹੈ? ਰੱਬ ਦਾ ਯਾਦ ਆਉਣਾ, ਰੱਬ ਦਾ ਭੈ ਪੈਦਾ ਹੋਣਾ। ਕੋਈ ਕੰਮ ਕਰਨ ਲੱਗੀਏ ਅੰਦਰ ਭੈ ਪੈਦਾ ਹੋ ਜਾਏ, ਮੇਰਾ ਰੱਬ ਵੇਖਦਾ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਸਮਝ ਲਓ ਤੁਸੀਂ ਰੱਬ ਦਾ ਸਾਥ ਮੰਨ ਰਹੇ ਹੋ, ਕਿਉਂਕਿ ਰੱਬ ਨੇ ਤੁਹਾਨੂੰ ਕਹਿ ਦਿੱਤਾ ਇਹ ਕੰਮ ਮਾੜਾ ਨਹੀਂ ਕਰਨਾ। ਰੱਬ ਤੁਹਾਡੇ ਸਾਥ ਹੈ, ਇਹਦਾ ਅਰਥ ਇਹ ਹੋਇਆ। ਪਰ ਇਹ ਕਦੋਂ ਆਏਗਾ? ਜਦੋਂ ਸਤਸੰਗਤ ਵਿੱਚ ਬੈਠਾਂਗੇ, ਗੁਰੂ ਕੀ ਵਿਚਾਰਧਾਰਾ ਸਾਡੇ ਅੰਦਰ ਘਰ ਘਰ ਜਾਏਗੀ, ਉਦੋਂ ਇਹ ਖੇਡ ਬਣੇਗੀ। ਇਸ ਕਰਕੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ। ਜਿਨ੍ਹਾਂ ਜੀਵ ਇਸਤਰੀਆਂ ਨੇ ਪਤੀ ਪਰਮਾਤਮਾ ਦਾ ਸਾਥ ਮਾਣਿਆ, ਕਹਿੰਦੇ ਉਹ ਸਦਾ ਹੀ ਕਹਿੰਦੇ ਨੇ ਪਰਮਾਤਮਾ ਦੇ ਨਾਲ ਜੁੜੀਆਂ ਰਹਿੰਦੀਆਂ ਹਨ। ਪਾਓ ਕਿ ਹਮੇਸ਼ਾ ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿੰਦੀਆਂ ਨੇ, ਅਤੇ ਉਹ ਹਰ ਵੇਲੇ ਸਾਵਧਾਨ ਰਹਿੰਦੀਆਂ ਹਨ। ਜਿਨ੍ਹਾਂ ਨੇ ਪਰਮਾਤਮਾ ਦਾ ਸਾਥ ਮਾਣਿਆ, ਗੁਰੂ ਦਾ ਸਾਥ ਮਾਣਿਆ, ਗੁਰੂ ਕੀ ਵਿਚਾਰਧਾਰਾ ਜਿਨ੍ਹਾਂ ਦੇ ਜੀਵਨ 'ਚ ਆਈ। ਫਿਰ ਮਹਾਰਾਜ ਕਹਿੰਦੇ ਉਹਨਾਂ ਨੂੰ ਕੀ ਮਿਲਿਆ? ਕਹਿੰਦੇ ਰਤਨ ਜਵੇ ਹਰ ਲਾਲ ਹਰ, ਕੰਠ ਤਿਨਾ ਜੜੀਆਂ। ਆਖਣ ਲੱਗੇ ਪਰਮਾਤਮਾ ਦੇ ਗੁਣਾਂ ਦਾ ਜਿਹੜਾ ਖਜ਼ਾਨਾ ਉਹਨਾਂ ਦੇ ਜੀਵਨ ਵਿੱਚ ਆ ਗਿਆ। ਉਹਨਾਂ ਦੇ ਹਿਰਦੇ ਵਿੱਚ ਇਸ ਸਮਝੋ ਜਿਵੇਂ ਹੀਰੇ ਰਤਨ ਅਤੇ ਲਾਲ
ਇਹ ਸਾਰੀਆਂ ਚੀਜ਼ਾਂ ਹਾਰ ਦੇ ਰੂਪ ਵਿੱਚ ਜੜ ਗਈਆਂ ਹਨ। ਜਿਵੇਂ ਲੋਕ ਸਰੀਰ ਨੂੰ ਸਜਾਉਣ ਵਾਸਤੇ ਹਾਰ ਪਾਉਂਦੇ ਨੇ ਨਾ, ਤੇ ਸਿੱਖ ਪਰਮਾਤਮਾ ਦੇ ਨਾਮ ਦਾ ਹਾਰ ਗਲੇ ਵਿੱਚ ਪਾਉਂਦਾ। ਉਸ ਨੂੰ ਮਹਾਰਾਜ ਨੇ ਆਖਿਆ, ਕਹਿੰਦੇ ਹਰ ਹਰ ਨਾਮ ਹਿਰਦੈ ਉਰਤਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਗਲ ਹਮਾਰੇ। ਕਹਿੰਦੇ ਨੇ ਮਹਾਰਾਜ ਲਾਸਟ ਪੰਕਤੀਆਂ 'ਚ ਉੱਥੇ ਫਿਰ ਜ਼ਿਕਰ ਕਰਦੇ ਨੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਛ ਨ ਵਿਚਾਰੇ, ਨਾਮ ਰਤਨ ਸੁਨ ਜਪ ਜਪ ਜੀਵਾਂ, ਹਰ ਨਾਨਕ ਕੰਠ ਮੰਝਾਰੇ। ਨਾਮ ਰੂਪੀ ਰਤਨ ਨੂੰ ਸੁਣ ਕੇ ਤੇ ਜਪ ਜਪ ਕੇ ਜੀਵਨਾ। ਸਾਡੇ ਵਾਸਤੇ ਦੁਨਿਆਵੀ ਹਾਰ ਕੋਈ ਮਹਾਨਤਾ ਨਹੀਂ ਰੱਖਦਾ, ਦੁੱਖਾਂ ਦੇ ਕਾਰਨ ਬਣਦੇ ਨੇ ਦੁਨਿਆਵੀ ਹਾਰ। ਇੱਕ ਵਿਦਵਾਨ ਨੇ ਲਿਖਿਆ, ਜਿਨ ਕੋ ਹਾਰ ਸਮਝਾ ਥਾ ਗਲਾ ਆਪਣਾ ਸਜਾਨੇ ਕੋ, वो काले नाग बन बैठे मेरे अपने काट खाने को। जिन्हों ਨੂੰ ਅਸੀਂ ਹਾਰ ਸਮਝ ਕੇ ਸੋਚਦੇ ਸਰੀਰ ਦੀ ਸ਼ੋਭਾ ਹੋਏਗੀ, ਲੋਕ ਖਿੱਚ ਕੇ ਲੈ ਜਾਂਦੇ ਨੇ, ਰੋਂਦੇ ਰਹਿੰਦੇ। ਫਿਰ ਕਿਤਨੀਆਂ ਬੀਬੀਆਂ ਆਉਂਦੀਆਂ ਜਿਨ੍ਹਾਂ ਦੀਆਂ ਚੈਨੀਆਂ ਖਿੱਚੀਆਂ ਗਈਆਂ, ਜਿਨ੍ਹਾਂ ਨੇ ਕੰਨਾਂ ਵਿੱਚ ਪਾਏ ਹੋਏ ਖਿੱਚ ਕੇ ਲੈ ਗਏ ਲੋਕ, ਜਿਨ੍ਹਾਂ ਦੇ ਜੇਵਰ ਉਤਾਰ ਕੇ ਲੈ ਗਏ, ਬਾਅਦ 'ਚ ਰੋਂਦੀਆਂ, ਸਾਡੇ ਤਾਂ 1 ਲੱਖ ਰੁਪਏ ਦਾ ਸੋਨਾ ਚਲਾ ਗਿਆ। ਗੁਰੂ ਸਾਹਿਬ ਨੇ ਕਿਹਾ, ਗੁਣਾਂ ਦੇ ਹਾਰ ਕਰ ਭਾਈ, ਇਹਨਾਂ ਨੇ ਕਿਸੇ ਕੰਮ ਨਹੀਂ ਆਉਣਾ। ਦੁਨੀਆ ਨੂੰ ਦਿਖਾਉਣ ਵਾਸਤੇ ਹੀ ਸਿਰਫ ਇਹ ਚੀਜ਼ਾਂ ਨੇ। ਜੀਵਨ ਤੋਂ ਅੱਜ ਤੱਕ ਕਿਸੇ ਦੇ ਸੋਨੇ ਦਾ ਵੱਡਾ ਹਾਰ ਪਾਇਆ ਹੋਵੇ, ਸਰੀਰ ਦਾ ਆਰੋਗ ਦਿੱਤਾ ਉਸਨੇ? ਕੋਈ ਸਰੀਰ ਦੇ ਵਿੱਚ ਉਹਨੇ ਜੀਵਨ ਵਿੱਚ ਕੋਈ ਐਕਟੀਵਿਟੀ ਦਿੱਤੀ ਹੈ? ਅੰਦਰ ਨੂੰ ਕੋਈ ਸਟਰੋਂਗ ਬਣਾਇਆ ਹਾਰ ਨੇ? ਸਗੋਂ ਅੰਦਰ ਡਰਿਆ ਡਰਿਆ ਰਹਿੰਦਾ, ਸਹਿਮਿਆ ਹੋਇਆ ਰਹਿੰਦਾ। ਜਿਸ ਨੇ ਸੋਨਾ ਜ਼ਿਆਦਾ ਪਾਇਆ ਹੋਵੇ ਸਹਿਮ 'ਚ ਰਹਿੰਦਾ ਹੈ। ਇਹ ਯਾਦ ਰੱਖਣਾ, ਜੀਵਨ 'ਚ ਉਹ ਡਰ ਵਿੱਚ ਰਹਿੰਦਾ ਵੀ ਕੋਈ ਖੋ ਕੇ ਹੀ ਨਾ ਲੈ ਜਾਏ ਖਬਰਾਂ। ਇਹ ਸੱਚਾਈਆਂ ਨੇ ਜੀਵਨ ਦੀਆਂ। ਤੁਸੀਂ ਇਹ ਮੰਨੋਗੇ ਇਹਨਾਂ ਗੱਲਾਂ ਨੂੰ ਕਿ ਹਾਂ ਸਾਨੂੰ ਫਿਰ ਕੰਨ ਲੁਕਾਣੇ ਪੈਂਦੇ ਆ। ਕਈ ਬੀਬੀਆਂ ਕਹਿੰਦੇ ਇਸ ਤੋਂ ਲੁਕੋ ਕੇ ਆਉਂਦੇ ਜੀ ਚੁੰਨੀ ਥੱਲੇ, ਵੀ ਕਿੰਨੇ ਕੁ ਲੁਕਾ ਲਵਾਂਗੇ? ਅੰਦਰ ਡਰ ਤੇ ਬਣਿਆ ਨਾ, ਉਸ ਡਰ ਨੂੰ ਕਿਵੇਂ ਖਤਮ ਕਰ ਲਓਗੇ? ਡਰ ਤਾਂ ਉਦੋਂ ਹੀ ਖਤਮ ਹੋਣਾ ਜਦੋਂ ਗੁਰਮਤਿ ਦੀ ਵਿਚਾਰਧਾਰਾ ਨੂੰ ਅਪਣਾ ਲਓਗੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਤੇਰੇ ਜੀਵਨ ਵਿੱਚ ਰੱਬੀ ਗੁਣਾਂ ਦਾ ਹਾਰ ਜਿਹੜਾ ਉਹ ਪਰੋਇਆ ਗਿਆ। ਫਿਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਬਾਛੈ ਧੂੜ ਤਿੰਨ ਪ੍ਰਭ ਸਰਨੀ ਦਰ ਖੜੀਆਂ। ਮਹਾਰਾਜ ਕਹਿੰਦੇ ਜਿਹੜੀ ਪਰਮਾਤਮਾ ਦੇ ਦਰ 'ਤੇ ਜੀਵ ਇਸਤਰੀਆਂ ਖੜੀਆਂ ਰਹਿੰਦੀਆਂ ਨੇ, ਨਾਨਕ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਦਰ ਖੜਿਆਂ ਦਾ ਅਰਥ ਹੈ ਜਿਹੜੇ ਹਾਂ ਜੀ ਕਰਦੇ ਨੇ ਗੁਰੂ ਦਰ 'ਤੇ। ਮਹਾਰਾਜ ਦੱਸੋ ਕੀ ਹੁਕਮ ਹੈ? ਹਰ ਵੇਲੇ ਗੁਰੂ ਦੇ ਦਰ 'ਤੇ ਰਹਿੰਦੇ ਨੇ, ਗੁਰੂ ਦੀ ਆਗਿਆ 'ਚ ਰਹਿੰਦੇ ਨੇ। ਜਿਵੇਂ ਕਿ ਦਰਵਾਜ਼ੇ 'ਤੇ ਰਾਜੇ ਮਹਾਰਾਜਿਆਂ ਦੇ ਪਹਿਰੇਦਾਰ ਖੜੇ ਹੁੰਦੇ ਨੇ ਨਾ, ਸਿੱਖ ਇਸ ਤਰ੍ਹਾਂ ਗੁਰੂ ਦੇ ਦਰ 'ਤੇ ਆ ਕੇ ਮਹਾਰਾਜ ਕਹਿੰਦੇ ਦੱਸੋ ਕੀ ਸੇਵਾ ਹੈ? ਅਸੀਂ ਹਰ ਸੇਵਾ ਹਰ ਕੰਮ ਕਰਨ ਲਈ ਤਿਆਰ ਹਾਂ। ਜੋ ਤੁਹਾਡਾ ਹੁਕਮ ਹੋਵੇ ਸਤਿਗੁਰ ਉਹ ਕਰਾਂਗੇ। ਮਹਾਰਾਜ ਕਹਿੰਦੇ ਐਸੇ ਗੁਰਸਿੱਖ ਦੇ ਚਰਨਾਂ ਦੀ ਮੈਂ ਧੂੜ ਮੰਗਦਾ। ਫਿਰ ਲਾਸਟ ਪੰਕਤੀ 'ਚ ਮੇਰੇ ਸਤਿਗੁਰ ਨੇ ਗਰੀਬ ਨਿਵਾਜ ਨੇ ਆਖਿਆ, ਮਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ। ਆਖਣ ਲੱਗੇ ਮਗਰ ਦੇ ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਕਹਿੰਦੇ ਮੁੜ ਜਨਮ ਮਰਨ ਦਾ ਗੇੜ ਨਹੀਂ ਵਪਰਦਾ। ਇਹ ਆਵਾਗੁਣ ਮੁੱਕ ਜਾਂਦਾ ਹੈ, ਬਾਰ-ਬਾਰ ਜੂਨਾਂ ਵਿੱਚ ਨਹੀਂ ਜਾਣਾ ਪੈਂਦਾ। ਮਨੁੱਖੀ ਜੀਵਨ ਦੇ ਵਿੱਚ ਹੀ ਉਹ ਮੰਜ਼ਿਲ ਹਾਸਲ ਹੋ ਜਾਂਦੀ ਜਿਸ ਵਾਸਤੇ ਅਸੀਂ ਆਏ ਹਾਂ। ਭਾਵ ਕਿ ਰੱਬ ਦੀ ਪ੍ਰਾਪਤੀ ਹੋ ਗਈ, ਸਾਡੇ ਜੀਵਨ ਦਾ ਫਿਰ ਹੁਣ ਕੋਈ ਅਰਥ ਨਹੀਂ ਰਿਹਾ। ਜਿਵੇਂ ਆਪਾਂ ਕਿਸੇ ਮੰਜ਼ਿਲ 'ਤੇ ਜਾਣਾ ਹੋਵੇ, ਕਿਸੇ ਸ਼ਹਿਰ 'ਚ ਜਾਂਦੇ ਨਾ, ਅਤੇ ਉੱਥੇ ਫਿਰ ਟ੍ਰੇਨ ਛੱਡ ਦਿੰਦੇ ਕਿਉਂਕਿ ਸਾਡੀ ਮੰਜ਼ਿਲ ਆ ਗਈ। ਅੰਮ੍ਰਿਤਸਰ ਜਾਣਾ, ਸਟੇਸ਼ਨ ਆ ਗਿਆ, ਫਿਰ ਟ੍ਰੇਨ ਨਾਲ ਸਾਡਾ ਕੋਈ ਵਾਸਤਾ ਨਹੀਂ ਰਹਿ ਗਿਆ। ਇਸ ਤਰ੍ਹਾਂ ਹੀ ਇਹ ਇੱਕ ਸਰੀਰ ਗੱਡੀ ਹੈ। ਜਿਸ ਦਿਨ ਆਪਣੀ ਮੰਜ਼ਿਲ ਤੱਕ ਪਹੁੰਚ ਗਏ, ਇਸ ਗੱਡੀ ਦਾ ਕੋਈ ਮੋਹ ਨਹੀਂ ਰਹਿਣਾ। ਮਸਕੀਨ ਸਾਹਿਬ ਇੱਕ ਗੱਲ ਕਹਿੰਦੇ ਸਨ ਕਿ ਇਹ ਸਰੀਰ ਘੋੜਾ ਹੈ, ਔਰ ਗੁਰੂ ਸਾਹਿਬ ਨੇ ਘੋੜੀਆਂ ਵਿੱਚ ਬਾਰ-ਬਾਰ ਇਸ ਨੂੰ ਘੋੜੀ ਕਿਹਾ ਸਰੀਰ ਨੂੰ। ਅਤੇ ਘੋੜੀ ਉਦੋਂ ਤੱਕ ਚਾਹੀਦੀ ਜਦੋਂ ਤੱਕ ਸਾਡਾ ਸਫ਼ਰ ਪੂਰਾ ਨਹੀਂ ਹੋ ਜਾਂਦਾ। ਜੇ ਸਫ਼ਰ ਪੂਰਾ ਹੋ ਗਿਆ ਫਿਰ ਘੋੜੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਫਿਰ ਘੋੜੀ ਕਿੱਥੇ, ਅਸੀਂ ਕਿੱਥੇ, ਕਿਉਂਕਿ ਸਾਡਾ ਸਫ਼ਰ ਤਾਂ ਪੂਰਾ ਹੋ ਗਿਆ। ਜਿਸ ਨਾਲ ਅਸੀਂ ਪਰਮਾਤਮਾ ਨਾਲ ਜੁੜ ਗਏ, ਵਾਹਿਗੁਰੂ ਨਾਲ ਸਾਂਝ ਬਣ ਗਈ, ਫਿਰ ਇਸ ਸਰੀਰ ਦਾ ਕੋਈ ਮੋਹ ਨਹੀਂ ਰਹਿ ਜਾਏਗਾ, ਇਸ ਸਰੀਰ ਦੀ ਕੋਈ ਲਾਲਸਾ ਨਹੀਂ ਰਹਿ ਜਾਏਗੀ, ਕਿਉਂਕਿ ਹੁਣ ਜੀਵ ਆਤਮਾ ਪਰੀ ਪਰਮਾਤਮਾ ਵਿੱਚ ਅਭੇਦ ਹੋ ਗਈ ਹੈ। ਜਿਸ ਦਿਨ ਇਹ ਜੀਵਨ ਦਾਨ ਸਾਨੂੰ ਮਿਲਿਆ ਕਿ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਏ, ਉਸ ਦਿਨ ਕਹਿ ਸਕਾਂਗੇ ਕਿ ਇਹ ਲੋਕ ਸੁਖੀਏ ਪਰਲੋਕ ਸਵੇਲੇ, ਨਾਨਕ ਹਰਿ ਭਉ ਆਪੇ ਮੇਲੇ। ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਗੁਰੂ ਸਾਹਿਬ ਤਰਸ ਕਰਨ ਕਿ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ। ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰੋ, ਕੀਤੇ ਕਰਮ ਕਰਕੇ ਅਸੀਂ ਮਹਾਰਾਜ ਮਿਲ ਨਹੀਂ ਸਕਦੇ, ਤੇਰੀ ਕਿਰਪਾ ਨਾਲ ਹੀ ਮਿਲਿਆ ਜਾ ਸਕਦਾ। ਉਹਨੂੰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਜਿਤਨੇ ਮਰਜ਼ੀ ਹੁਣ ਕਰਮ ਕਰ ਲਈਏ ਨਹੀਂ ਮਿਲਾਪ ਹੋਏਗਾ, ਹੁਣ ਤਾਂ ਮਿਲਾਪ ਤੇਰੀ ਬਖਸ਼ਿਸ਼ ਦੇ ਨਾਲ ਹੀ ਹੋਣਾ। ਇਸ ਕਰਕੇ ਬਖਸ਼ਿਸ਼ ਮੰਗਿਆ ਕਰੋ, ਅਰਦਾਸ ਕਰਿਆ ਕਰੋ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ,
ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੇ। ਨਾਨਕ ਦੀ ਤੇਰੇ ਚਰਨਾਂ 'ਚ ਅਰਦਾਸ ਹੈ, ਮਾਲਕ ਮੈਂ ਤੇਰੇ ਗੁਣ ਗਾ ਸਕਾਂ, ਮੈਨੂੰ ਨਾਮ ਦੀ ਦਾਤ ਦੇ ਜੇ ਤੈਨੂੰ ਚੰਗਾ ਲੱਗੇ। ਜ਼ੋਰ ਨਹੀਂ ਹੈ ਉੱਥੇ ਕੋਈ ਵੀ, ਉੱਥੇ ਤਰਲਾ ਹੈ, ਬੇਨਤੀ ਹੈ, ਅਰਜ਼ੋਈ ਹੈ। ਜਦੋਂ ਆਪਾਂ ਭਾਵ ਗਵਾ ਕੇ ਇੱਥੇ ਅਰਦਾਸ ਕਰੋਗੇ, ਗੁਰੂ ਚਰਨਾਂ 'ਚ ਤਰਲਾ ਲਾਓਗੇ ਵੀ ਮਹਾਰਾਜ ਤੂੰ ਆਪਣੇ ਨਾਮ ਦੀ ਦਾਤ ਦੇ ਜੇ ਤੈਨੂੰ ਭਾ ਜਾਏ ਤਾਂ। ਅਤੇ ਜਦੋਂ ਅਸੀਂ ਨਿਮਰਤਾ ਭਾਵ ਵਿੱਚ ਗੁਰੂ ਕੋਲ ਆਵਾਂਗੇ, ਗੁਰੂ ਸਾਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਸਾਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਦੇ ਕੇ ਸਾਡਾ ਜੀਵਨ ਸਫਲਾ ਕਰ ਦੇਣਗੇ। ਇਤਨੇ ਬਚਨ ਬੇਨਤੀਆਂ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਨੰਦ ਸਾਹਿਬ ਦਾ ਪਾਠ ਕਰਕੇ ਸਰਬਤ ਦੇ ਭਲੇ ਲਈ ਅਰਦਾਸ ਕਰੀਏ ਜੀ। ਰਾਮ ਕਲੀ ਮਹਲਾ ਤੀਜਾ।